ਉਹੋ ਜਿਹੀਆਂ ਐਕਟੀਵਿਟੀਜ਼ ਕਰਨੀਆਂ ਚੰਗੀਆਂ ਲੱਗਦੀਆਂ ਜਿਵੇਂ ਕਿ ਮੈਂ ਕੋਵਿਡ ਦੇ ਵਿੱਚ ਕੀਤੀਆਂ ਆ ਹੈ ਨਾ, ਵੀ ਲੋਕਾਂ ਦੇ ਨਾਲ ਇੰਟਰੈਕਸ਼ਨ, ਲੋਕਾਂ ਦੇ ਕੋਈ ਕੰਮ ਦਾ ਮੁੱਦੇ ਦੀ ਗੱਲ ਕਰਨੀ ਹੈ ਨਾ, ਜਾਂ ਕੁਛ ਵੀ ਇੱਕ ਸੈਂਸਿਬਲ ਚੀਜ਼ ਕਰਨ ਦਾ ਮੇਰਾ ਜੀ ਕਰਦਾ ਹੈ ਨਾ। ਵੀ ਜੋ ਮੈਂਡੀ ਦੇ ਨਾਲ ਹੋਇਆ ਬਹੁਤ ਬੁਰਾ ਹੋਇਆ, ਔਰ ਇਹ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਜਿਹੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਤੁਹਾਡੇ ਘਰ 'ਚ ਵੀ ਮਾਂ ਭੈਣ ਹੈਗੀ ਆ ਹੈ ਨਾ, ਵੀ ਤੁਸੀਂ ਕਿਸੇ ਦਾ ਬੁਰਾ ਸੋਚ ਰਹੇ ਹੋ, ਕੱਲ੍ਹ ਨੂੰ ਤੁਹਾਡੇ ਘਰ ਵੀ ਹੋ ਸਕਦਾ ਆ। ਕਿ ਤੁਸੀਂ ਜੇ ਕੋਈ ਚੀਜ਼ ਨਹੀਂ ਦੇਖਣਾ ਚਾਹੁੰਦੇ ਜਾਂ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤੇ ਤੁਹਾਡਾ ਕੋਈ ਮਤਲਬ ਨਹੀਂ ਬਣਦਾ ਕਿ ਉਸ ਚੀਜ਼ ਅਬਿਊਜ਼ ਕਰੋ ਹੈ ਨਾ। ਦੇਖੋ ਮੇਰੀ ਆਪਣੀ ਪਰਸਨਲ ਲਾਈਫ ਆ ਹੈ ਨਾ, ਵੀ ਮੈਂ ਜੋ ਚਾਹਾਂ ਉਹ ਮੈਂ ਕਰ ਸਕਦੀ ਹਾਂ ਹੈ ਨਾ। ਵੀ ਮੈਂ ਪਬਲਿਕ ਫਿਗਰ ਵੀ ਬਣੀ ਆ ਤੇ ਪਬਲਿਕ ਨੇ ਮੈਨੂੰ ਇਸੇ ਤਰੀਕੇ ਨਾਲ ਐਕਸੈਪਟ ਕੀਤਾ ਹੋਊਗਾ, ਉਹਦੇ ਪਿੱਛੇ ਵੀ ਮੇਰਾ ਆਪਣਾ ਇੱਕ ਸਟਰਗਲ ਆ। ਤੁਸੀਂ ਮੈਨੂੰ ਮਹੀਨੇ ਦੇ ਆ ਕੇ ਮੇਰੇ ਪੈਸੇ ਨਹੀਂ, ਮੈਨੂੰ ਮੇਰਾ ਰੈਂਟ ਨਹੀਂ ਦੇ ਕੇ ਜਾਂਦੇ, ਜਾਂ ਤੁਸੀਂ ਮੇਰਾ ਖਰਚਾ ਨਹੀਂ ਚੁੱਕ ਰਹੇ ਕਿ ਮੈਂ ਤੁਹਾਡੇ ਅਕੋਰਡਿੰਗਲੀ ਚੱਲਾਂ। ਮੈਂ ਕਿਸੇ ਜਗ੍ਹਾ 'ਤੇ ਜਾਂਦੀ ਹਾਂ, ਮੈਂ ਵਡਾਲੀ ਸ਼ਰੀਫ ਜਾ ਰਹੀ ਹਾਂ ਹੈ ਨਾ, ਮੈਂ ਨਕੋਦਰ ਜਾ ਰਹੀ ਹਾਂ, ਉਸ ਜਗ੍ਹਾ ਦੀ ਕੋਈ ਮਹਾਨਤਾ ਹੋਊਗੀ ਤੇ ਮੈਂ ਜਾ ਰਹੀ ਹਾਂ। ਮੈਨੂੰ ਕਹਿੰਦੇ ਵੀ ਫਿਰ ਤੁਸੀਂ ਸਿੱਖੀਜ਼ਮ ਛੱਡ ਦਿਓ। ਤੁਸੀਂ ਇਹ ਸੋਚੋ ਉਸ ਬੰਦੇ ਦੀ ਇਹ ਗੱਲ ਕਹਿਣ ਦੀ ਕੀ ਬਣਦੀ ਹੈ ਕਿ ਸਿੱਖੀਜ਼ਮ ਛੱਡ ਦਿਓ ਤੁਸੀਂ। ਕਿਉਂ? ਸਿੱਖ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੁਸੀਂ ਸਿੱਖ ਹੋ ਕੇ ਕਿਸੇ ਹੋਰ ਧਰਮ ਨੂੰ ਰਿਸਪੈਕਟ ਨਹੀਂ ਕਰ ਸਕਦੇ। ਅੱਜ ਦਰਬਾਰ ਸਾਹਿਬ ਦੇ 4 ਦਰਵਾਜ਼ੇ ਆ, ਉਹਦੇ ਵਿੱਚ ਹਿੰਦੂ ਵੀ ਆਉਂਦਾ, ਮੁਸਲਮਾਨ ਵੀ ਆਉਂਦਾ, ਸਾਰੇ ਆਉਂਦੇ ਆ। ਫਿਰ ਜੇ ਤੁਸੀਂ ਇਹ ਕਹਿ ਦਿਓ ਵੀ ਗੋਲਡਨ ਟੈਂਪਲ ਦੇ ਵਿੱਚ ਹੋਰ ਕੋਈ ਧਰਮ ਦਾ ਮੱਥਾ ਨਹੀਂ ਟੇਕ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਸਾਡੇ ਖਾਸ ਪ੍ਰੋਗਰਾਮ ਤੜਕਾ ਟਾਕਸ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਦੇ ਇਸ ਸ਼ੋਅ ਦੇ ਸਾਡੇ ਗੈਸਟ ਨੇ ਬਹੁਤ ਹੀ ਬਿਊਟੀਫੁਲ ਤੇ ਪਿਆਰੇ ਜਿਹੇ ਸੋਨੀਆ ਮਾਨ। ਸੋਨੀਆ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਸਭ ਤੋਂ ਪਹਿਲੇ ਇਹ ਦੱਸੋ। ਬਹੁਤ ਵਧੀਆ। ਸੋ ਲੋਕਡਾਊਨ ਦੇ ਵਿੱਚ ਵੈਸੇ ਆਪਾਂ ਇੱਕ ਵਾਰ ਪ੍ਰੋਪਰ ਇੰਟਰਵਿਊ ਨਹੀਂ ਹੋ ਪਾਈ ਸੀ, ਆਪਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ, ਬਟ ਜੋ ਮਜ਼ਾ ਆਮਨੇ ਸਾਹਮਣੇ ਬੈਠ ਕੇ ਗੱਲ ਕਰਨ ਦਾ ਮੈਨੂੰ ਲੱਗਦਾ ਕਿ ਉਹ ਹੈ ਨਾ ਵਰਚੁਅਲ ਇੰਟਰਵਿਊਜ਼ ਦੇ ਵਿੱਚ ਹੁੰਦਾ। ਸੋ ਸੋਨੀਆ, ਲੋਕਡਾਊਨ ਆਲਮੋਸਟ 5-6 ਮਹੀਨੇ ਹੋ ਚੱਲੇ ਹਨ, ਰਾਈਟ? ਐਂਡ ਤੁਸੀਂ ਇੰਨੇ ਟਾਈਮ ਤੋਂ ਆ ਕੇ ਆਪਣੇ ਪਿੰਡ ਹੋ, ਸੋ ਪਿੰਡ ਦਾ ਇਹ ਮਾਹੌਲ ਕਿਸ ਤਰ੍ਹਾਂ ਲੱਗ ਰਿਹਾ? ਬਿਕਾਜ਼ ਸੋਨੀਆ ਬਹੁਤ ਟਾਈਮ ਬਾਅਦ ਪਿੰਡ ਆਏ ਹੈ ਨਾ, ਔਰ ਇੰਨੇ ਟਾਈਮ ਤੱਕ ਰਹੇ ਹੈ। ਪਿੰਡ ਦਾ ਮਾਹੌਲ ਬਹੁਤ ਸ਼ਾਂਤ ਵਧੀਆ ਆ ਹੈ ਨਾ। ਆਰਗੈਨਿਕ ਚੀਜ਼ਾਂ ਖਾਣ ਲਈ ਮਿਲਦੀਆਂ ਨੇ ਇੱਥੇ, ਔਰ ਮਟੀਰੀਅਲਿਸਟਿਕ ਵਰਲਡ ਤੋਂ ਤੁਸੀਂ ਦੂਰ ਇੱਥੇ ਰਹਿੰਦੇ ਹੋ। ਸ਼ਾਂਤੀ ਬਹੁਤ ਹੈ। ਔਰ ਜਿਵੇਂ ਕਿ ਮੇਰਾ ਘਰ ਜਿਹੜਾ ਮੇਰਾ ਫਾਰਮ ਆ ਬਿਲਕੁਲ ਖੇਤਾਂ ਦੇ ਵਿੱਚ ਆ, ਤੁਸੀਂ ਦੇਖਿਆ ਇੱਥੇ ਬਹੁਤ ਜ਼ਿਆਦਾ ਸ਼ਾਂਤੀ ਹੈ ਔਰ ਮੈਨੂੰ ਚੰਗਾ ਲੱਗਦਾ ਹੈ ਆਪਣੇ ਮਮ ਦੇ ਨਾਲ। ਮਤਲਬ ਆਈ ਬਿਲੀਵ ਮੈਂ ਬਚਪਨ ਤੋਂ ਆਪਣੇ ਮੰਮਾ ਤੋਂ ਬਹੁਤ ਦੂਰ ਰਹੀ ਹਾਂ। ਮੈਨੂੰ 2.5 ਸਾਲਾਂ ਦੀ ਨੂੰ ਹੋਸਟਲ ਪਾਤਾ ਸੀਗਾ, ਔਰ ਫਿਰ ਉਸ ਤੋਂ ਬਾਅਦ ਮੈਂ ਥੋੜ੍ਹੀ ਵੱਡੀ ਹੋਈ ਤੇ ਬੰਬੇ ਚਲੇ ਗਈ, ਯੂ ਨੋ। ਸੋ ਇਟ ਜਸਟ ਮੈਂ ਮੰਮਾ ਦੇ ਨਾਲ ਪਹਿਲੀ ਵਾਰੀ ਕੰਟੀਨਿਊਸਲੀ 4 ਮਹੀਨੇ ਸਪੈਂਡ ਕੀਤੇ ਆਪਣੀ ਲਾਈਫ ਦੇ, ਔਰ ਮੈਨੂੰ ਚੰਗਾ ਲੱਗਾ। ਸੋ ਇਸ ਦੌਰਾਨ ਜਦੋਂ ਇੱਕ ਕੋਵਿਡ ਚੱਲ ਰਿਹਾ, ਪੈਂਡੈਮਿਕ ਹੈ ਵਰਲਡ ਵਾਈਡ, ਔਰ ਸੋਨੀਆ ਅਗਰ ਘਰ ਆਏ ਜਿੱਥੇ ਆਪਣੇ ਮਦਰ ਨਾਲ ਟਾਈਮ ਸਪੈਂਡ ਕਰ ਰਹੇ, ਉੱਥੇ ਸੋਨੀਆ ਨੇ ਬਹੁਤ ਸਾਰੇ ਹੋਰ ਲੋਕਾਂ ਨਾਲ ਵੀ ਟਾਈਮ ਸਪੈਂਡ ਕੀਤਾ, ਔਰ ਬਹੁਤ ਅੱਛੇ ਸੋਨੀਆ ਤੁਸੀਂ ਕੰਮ ਕੀਤੇ ਆ ਇਸ ਦੌਰਾਨ। ਤੁਸੀਂ ਲੋਕਾਂ ਦੀ ਹੈਲਪ ਕੀਤੀ ਹੈ ਨਾ, ਜਿਨ੍ਹਾਂ ਲੋਕਾਂ ਨੂੰ ਲੋੜ ਸੀ ਰਾਸ਼ਨ ਦੀ, ਤੁਸੀਂ ਉਹ ਵੀ ਪ੍ਰੋਵਾਈਡ ਕੀਤਾ। ਫਿਰ ਮੈਂ ਦੇਖਿਆ ਥੋੜ੍ਹੇ ਟਾਈਮ ਪਹਿਲੇ ਕਿ ਤੁਸੀਂ ਬੱਚਿਆਂ ਕੋਲ ਜਾਂਦੇ ਹੋ, ਰਾਈਟ? ਜਿਹੜੇ ਬੱਚੇ ਪ੍ਰੋਪਰ ਵੇ ਨਾਲ ਨਹੀਂ ਕਈ ਵਾਰ ਦੇਖ ਸਕਦੇ ਜਾਂ ਥੋੜ੍ਹੇ ਜਿਹੇ ਨੋਰਮਲ ਨਹੀਂ ਹੈ ਬੱਚੇ। ਸੋ ਇਹ ਚੀਜ਼ਾਂ ਹੁਣੇ ਮਤਲਬ ਆ ਕੇ ਸੋਨੀਆ ਨੇ ਇੱਥੇ ਆ ਕੇ ਕਰਨੀਆਂ ਸ਼ੁਰੂ ਕੀਤੀਆਂ, ਜਾਂ ਪਹਿਲੇ ਤੋਂ ਹੀ ਇਹਨਾਂ ਚੀਜ਼ਾਂ ਵੱਲ ਰੁਝਾਨ ਸੀ ਤੁਹਾਡਾ? ਮੈਂ ਬਚਪਨ ਤੋਂ ਹੀ ਕਰਦੀ ਹਾਂ, ਬਿਕਾਜ਼ ਯੂ ਨੋ ਵਾਟ, ਜਦੋਂ ਮੈਂ ਛੋਟੀ ਸੀਗੀ ਮਤਲਬ ਮੇਰੇ ਦਾਦੀ ਮਾਂ, ਮੇਰੇ ਮੰਮਾ ਮੇਰਾ ਬਰਥਡੇ ਪਿੰਗਲਵਾੜੇ ਸੈਲੀਬ੍ਰੇਟ ਕਰਦੇ ਸੀਗੇ। ਹਾਂਜੀ, ਕਦੀ ਮਤਲਬ ਐਵੇਂ ਨਹੀਂ ਸੈਲੀਬ੍ਰੇਟ ਕੀਤਾ ਕਿ ਲਾਈਕ ਸਾਡੇ ਘਰੇ ਚਲੋ ਕੇਕ ਕੱਟ ਲੈਂਦੇ ਸੀਗੇ, ਬਟ ਮੇਰੇ ਮੰਮਾ ਨੇ ਮੈਨੂੰ ਸ਼ੁਰੂ ਤੋਂ ਆਦਤ ਪਾਈ ਸੀਗੀ ਮੇਰੇ ਦਾਦੀ ਮਾਂ ਦੇ ਟਾਈਮ ਤੋਂ ਕਿ ਅਸੀਂ ਸੋਨੀਆ ਦਾ ਬਰਥਡੇ ਪਿੰਗਲਵਾੜੇ ਸੈਲੀਬ੍ਰੇਟ ਕਰਨਾ। ਉਹਨਾਂ ਨੂੰ ਚੰਗਾ ਲੱਗਦਾ ਸੀ ਕਿ ਜਿਸ ਦਿਨ ਮੇਰਾ ਬਰਥਡੇ ਉਸ ਦਿਨ ਪਿੰਗਲਵਾੜੇ ਜਾ ਕੇ ਅਸੀਂ ਕੱਪੜੇ ਔਰ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਹੈ ਨਾ ਦੇਣੀਆਂ। ਅਤੇ ਮੇਰੇ ਦਾਦੀ ਮਾਂ ਪਾਠ ਕਰਾਉਂਦੇ ਹੁੰਦੇ ਸੀਗੇ ਗੋਲਡਨ ਟੈਂਪਲ, ਅਤੇ ਮੈਨੂੰ ਉਦੋਂ ਤੋਂ ਹੀ ਇਹ ਆਦਤ ਪੈ ਗਈ ਹੈ ਨਾ ਵੀ ਬਚਪਨ ਤੋਂ ਹੀ ਜੋ ਬੱਚੇ ਨੂੰ ਸਿਖਾਇਆ ਜਾਵੇ ਉਹੀ ਆਦਤ ਤੁਹਾਨੂੰ ਪੈ ਜਾਂਦੀ ਆ। ਅਤੇ ਮੈਂ ਬਚਪਨ ਤੋਂ ਉਹੋ ਜਿਹਾ ਮਾਹੌਲ ਦੇਖਿਆ ਸੀਗਾ ਪਿੰਗਲਵਾੜੇ ਜਾਣ ਦਾ, ਉੱਥੋਂ ਦੇ ਬੱਚਿਆਂ ਦੇ ਨਾਲ ਇੰਟਰੈਕਟ ਕਰਨ ਦਾ। ਫਿਰ ਵੱਡੀ ਹੋਈ ਔਰ ਸਕੂਲ ਦੇ ਕਾਲਜਿਸ ਦੇ ਵਿੱਚ ਐਵੇਂ ਕਦੀ ਮੈਂ ਬਰਥਡੇ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਬਰਥਡੇ ਸੈਲੀਬ੍ਰੇਟ ਕੀਤਾ ਹੀ ਨਹੀਂ। ਮਤਲਬ ਜਿੱਦਾਂ ਉਹ ਬਰਥਡੇ ਬੈਸ਼ ਪਾਰਟੀ ਜਿਵੇਂ, ਹਾਂ ਮਤਲਬ ਮੈਂ ਕਹਿ ਸਕਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਯੂਥ ਜਿਵੇਂ ਤੁਸੀਂ ਕਹਿ ਰਹੇ ਕਾਲਜ ਲਾਈਫ, ਔਰ ਜਾਂ ਫਿਰ ਮੈਂ ਲਾਈਫ ਜੀ ਨਹੀਂ, ਯੂ ਨੋ। ਬਿਕਾਜ਼ ਜਦੋਂ ਮੈਂ
ਪਲੱਸ 2 ਦੇ ਵਿੱਚ ਹੋਈ ਸੀਗੀ। ਮੈਂ ਹਜੇ ਆਪਣੀ ਕਾਲਜ 'ਚ ਐਡਮਿਸ਼ਨ ਲਈ ਸੀਗੀ BBK DAV, ਅਤੇ ਮੈਨੂੰ ਲਿਮਕਾ ਫਰੈਸ਼ ਫੇਸ ਆਫ ਪੰਜਾਬ ਦਾ ਇੱਕ ਬਿਊਟੀ ਪੈਜੈਂਟ ਸੀਗਾ ਜਿਸ 'ਚ ਮੈਂ ਪਾਰਟਿਸਿਪੇਟ ਕੀਤਾ ਸੀਗਾ, ਉਹ ਬਣ ਗਈ। ਉਸ ਤੋਂ ਬਾਅਦ ਮੈਂ ਫਿਲਮਾਂ ਦੇ ਵਿੱਚ ਕੰਟੀਨਿਊ ਕਰ ਲਿਆ ਹੈ ਨਾ। ਮੈਂ ਨਾ ਆਪਣੀ ਕਾਲਜ ਲਾਈਫ ਦੇਖੀ ਹੈ, ਔਰ ਨਾ ਹੀ ਮੈਂ ਪਾਰਟੀਜ਼ ਦੇਖੀਆਂ ਨੇ, ਔਰ ਨਾ ਹੀ ਮੈਂ ਬਰਥਡੇਜ਼ ਸੈਲੀਬ੍ਰੇਟ ਕੀਤੇ ਆ ਫਰੈਂਡਸ ਦੇ ਨਾਲ ਹੈ ਨਾ। ਮੈਂ ਆਪਣਾ ਯੂਥ ਬਿਲਕੁਲ ਮਿਸ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਐਂਡ ਮੇਰੇ ਬਹੁਤ ਘੱਟ ਫਰੈਂਡਸ ਨੇ, ਮਤਲਬ ਮੈਂ ਕਹਿ ਸਕਦੀ ਹਾਂ ਕਿ ਗਿਣਤੀ ਦੇ ਕਹਿ ਸਕਦੀ ਹਾਂ ਕਿ ਮੇਰੇ ਫਰੈਂਡਸ ਹੋਣਗੇ, ਬਿਕਾਜ਼ ਮੈਂ ਮਿਲਦੀ ਸਾਰਿਆਂ ਨੂੰ ਆ, ਇੰਟਰੈਕਟ ਸਾਰਿਆਂ ਨਾਲ ਕਰਦੀ ਹਾਂ। ਬਟ ਇੱਕ ਤੁਹਾਡਾ ਮਾਈਂਡ ਸੈਟ ਆਈ ਬਿਲੀਵ ਤੁਹਾਡਾ ਇੰਟਲੈਕਟ ਹੁੰਦਾ ਆ ਵੀ ਜਿਹੜੇ ਮੇਰੀ ਏਜ ਦੇ ਜਿੰਨੇ ਵੀ ਸਟੂਡੈਂਟਸ ਆ ਜਾਂ ਬੱਚੇ ਆ ਹੈ ਨਾ, ਵੀ ਉਹਨਾਂ ਨੂੰ ਪਾਰਟੀ ਕਰਨਾ ਚੰਗਾ ਲੱਗਦਾ ਆ, ਉਹਨਾਂ ਨੂੰ ਬਾਹਰ ਜਾਣਾ ਚੰਗਾ ਲੱਗਦਾ ਆ, ਮਤਲਬ ਯੂ ਨੋ। ਐਂਡ ਆਮ ਅ ਪਰਸਨ, ਮੇਰੀ ਹਮੇਸ਼ਾ ਮੇਰੇ ਤੋਂ ਉਮਰ 'ਚ ਜਿਹੜੇ ਵੱਡੇ ਹੁੰਦੇ ਆ ਉਹਨਾਂ ਨਾਲ ਜ਼ਿਆਦਾ ਬਣਦੀ ਹੈ। ਅੱਛਾ, ਸਟਾਰਟਿੰਗ ਤੋਂ ਹੀ ਮਤਲਬ ਯੂ ਨੋ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਇਸ ਕਰਕੇ ਮੇਰੇ ਘਰ 'ਚ ਮੇਰੀ ਗ੍ਰੈਂਡ ਮਦਰ ਦੇ ਨਾਲ ਇੰਟਰੈਕਸ਼ਨ ਰਹਿੰਦੀ ਸੀਗੀ, ਗ੍ਰੈਂਡਫਾਦਰ ਦੇ ਨਾਲ ਰਹਿੰਦੀ ਸੀਗੀ, ਮੰਮਾ ਦੇ ਨਾਲ ਰਹਿੰਦੀ ਸੀਗੀ, ਅਤੇ ਮੇਰੇ ਫਰੈਂਡਸ ਇਹੀ ਸੀਗੇ ਮੇਰੇ ਘਰ ਦੇ ਵਿੱਚ। ਮੇਰੀ ਦਾਦੀ ਮਾਂ ਮੇਰੀ ਬੈਸਟ ਫਰੈਂਡ ਸੀਗੇ। ਸੋ ਆਈ ਯੂਜ਼ ਟੂ ਸਪੈਂਡ ਮਾਈ ਟਾਈਮ ਮੋਰ ਟਾਈਮ ਵਿਦ ਮਾਈ ਗ੍ਰੈਂਡਫਾਦਰ। ਬਚਪਨ 'ਚ ਮੇਰੇ ਗ੍ਰੈਂਡਫਾਦਰ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀਗੇ ਡੈਡ ਤੋਂ ਬਾਅਦ ਹੈ ਨਾ। ਅਤੇ ਇਸੇ ਕਰਕੇ ਮੈਨੂੰ ਲੱਗਦਾ ਵੀ ਮੇਰੀ ਏਜ ਦੇ ਜਿਹੜੇ ਮੇਰੇ ਫਰੈਂਡਸ ਨਹੀਂ ਹੈਗੇ, ਮੇਰੀ ਏਜ ਤੋਂ ਉੱਤੇ ਜਿਹੜੇ ਹੁੰਦੇ ਆ, ਔਰ ਉਹਨਾਂ ਦਾ ਇੰਟਲੈਕਟ ਮੇਰੇ ਨਾਲ, ਉਹ ਮੈਨੂੰ ਸਮਝ ਸਕਦੇ ਆ, ਮੈਂ ਉਹਨਾਂ ਨੂੰ ਸਮਝ ਸਕਦੀ ਹਾਂ ਹੈ ਨਾ। ਅਤੇ ਬਾਕੀ ਆਈ ਲਵ ਰੀਡਿੰਗ ਬੁੱਕਸ। Yeah, we know that. I know that. ਆਪਾਂ ਦੇਖਦੇ ਰਹਿੰਦੇ ਆ। ਬਟ ਸੋਨੀਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰਾਈਟ ਉਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਨਹੀਂ ਕੀਤੀਆਂ ਜੋ ਮੋਸਟਲੀ ਇੱਕ ਟੀਨੇਜਰ ਕਰਦਾ ਹੈ, ਰਾਈਟ, ਕਿ ਬੰਕ ਕਰਨਾ ਜਾਂ ਹੈ ਨਾ ਗਰੁੱਪ ਬਣਾ ਕੇ ਕਿਤੇ ਘੁੰਮਣ ਚੱਲ ਜਾਣਾ, ਜਾਂ ਫਿਰ ਕਲਾਸਿਸ ਲਗਾਉਣੀਆਂ ਪ੍ਰੋਪਰ ਵੇ ਨਾਲ ਤਾਂ ਤੁਸੀਂ ਲਗਾਈਆਂ ਹੋਣਗੀਆਂ ਓਬਵੀਅਸਲੀ। ਬਟ ਉਹ ਫਨ ਜਿਹੜਾ ਇੱਕ ਆਮ ਟੀਨੇਜ ਕਰਦਾ, ਔਰ ਅੱਜ ਕੱਲ੍ਹ ਦਾ ਯੂਥ ਤੇ ਬਹੁਤ ਜ਼ਿਆਦਾ ਫੋਰਵਰਡ ਹੈ ਨਾ, ਉਹ ਚੀਜ਼ਾਂ ਤੁਸੀਂ ਨਹੀਂ ਕੀਤੀ। ਕਦੀ ਰਿਗਰੈਟ ਹੋਇਆ ਕਿ ਨਹੀਂ ਮੈਨੂੰ ਉਹ ਲਾਈਫ ਵੀ ਜਿਹੜੀ ਹੈ ਉਹ ਜੀਣੀ ਚਾਹੀਦੀ ਸੀ ਪ੍ਰੋਪਰ ਵੇ ਦੇ ਨਾਲ, ਬਿਕਾਜ਼ ਉਹ ਵੀ ਇੱਕ ਫੇਜ਼ ਹੈ ਲਾਈਫ ਦਾ? ਮੈਨੂੰ ਲੱਗਦਾ ਆ ਐਵੇਂ ਹੈ ਨਾ। ਹੁਣ ਮੈਨੂੰ ਕਈ ਵਾਰੀ ਲੱਗਦਾ ਮੈਂ ਬਹੁਤ ਹੀ ਰਿਜ਼ਰਵ ਹਾਂ, ਔਰ ਬਹੁਤ ਹੀ ਜਿਵੇਂ ਕਈ ਵਾਰੀ ਮੈਨੂੰ ਲੱਗਦਾ ਮੈਂ ਬਹੁਤ ਰਿਜ਼ਰਵ ਹਾਂ ਅਤੇ ਕੌਨਜ਼ਰਵੇਟਿਵ ਹਾਂ। ਔਰ ਮੈਨੂੰ ਆਪਣੇ ਆਪ 'ਤੇ ਜਦੋਂ ਮੈਂ ਇਸ ਫਿਲਮ ਲਾਈਨ ਦੇ ਵਿੱਚ ਕੰਮ ਕਰਦੀ ਹਾਂ, ਮੈਨੂੰ ਕਈ ਜਗ੍ਹਾ 'ਤੇ ਬਹੁਤ ਪ੍ਰੋਬਲਮ ਫੇਸ ਹੁੰਦੀ ਹੈ ਇਸ ਆਪਣੇ ਬਿਹੇਵੀਅਰ ਕਰਕੇ। ਬਿਕਾਜ਼ ਯੂ ਨੋ ਇਸ ਲਾਈਨ ਦੇ ਵਿੱਚ ਤੁਹਾਨੂੰ ਬਾਹਰ ਜਾ ਕੇ ਪਾਰਟੀ ਕਰਨੀ ਪੈਂਦੀ ਹੈ, ਤੁਹਾਨੂੰ ਬਾਹਰ ਜਾ ਕੇ ਪਬਲਿਕਲੀ ਲੋਕਾਂ ਦੇ ਨਾਲ ਮਿਲਣਾ ਪੈਂਦਾ ਹੈ ਕੰਮ ਵਾਸਤੇ ਹੈ ਨਾ। ਬਟ ਮੈਨੂੰ ਜਾਣਾ ਨਹੀਂ ਚੰਗਾ ਲੱਗਦਾ। ਆਈ ਐਮ ਅ ਵੈਰੀ ਹੋਮਲੀ ਪਰਸਨ। ਮੈਨੂੰ ਘਰ ਰਹਿਣਾ ਚੰਗਾ ਲੱਗਦਾ ਆ, ਔਰ ਜਾਂ ਫਿਰ ਮੈਨੂੰ ਉਹੋ ਜਿਹੀਆਂ ਐਕਟੀਵਿਟੀਜ਼ ਕਰਨੀਆਂ ਚੰਗੀਆਂ ਲੱਗਦੀਆਂ ਜਿਵੇਂ ਕਿ ਮੈਂ ਕੋਵਿਡ ਦੇ ਵਿੱਚ ਕੀਤੀਆਂ ਆ ਹੈ ਨਾ, ਵੀ ਲੋਕਾਂ ਦੇ ਨਾਲ ਇੰਟਰੈਕਸ਼ਨ, ਲੋਕਾਂ ਦੇ ਕੋਈ ਕੰਮ ਦਾ ਮੁੱਦੇ ਦੀ ਗੱਲ ਕਰਨੀ ਹੈ ਨਾ, ਜਾਂ ਕੁਛ ਵੀ ਇੱਕ ਸੈਂਸਿਬਲ ਚੀਜ਼ ਕਰਨ ਦਾ ਮੇਰਾ ਜੀ ਕਰਦਾ ਹੈ ਨਾ। ਜਾਂ ਫਿਰ ਮੈਨੂੰ ਹੁੰਦਾ ਵੀ ਜੇ ਮੈਂ ਕਿਤੇ ਗਈ ਹਾਂ ਅਤੇ ਮੈਂ ਫਿਲਮ ਦੀ ਮੀਟਿੰਗ ਕਰਨ ਵਾਸਤੇ ਗਈ ਹਾਂ, ਚਲੋ ਤੁਸੀਂ ਮੈਨੂੰ ਸਕ੍ਰਿਪਟ ਸੁਣਾਓ, ਕੰਮ ਕੀਤਾ, ਘਰ ਆ ਗਏ। ਮਤਲਬ ਯੂ ਨੋ ਆਈ ਐਮ ਨੋਟ ਅ ਪਰਸਨ ਲਾਈਕ ਗੋਇੰਗ ਇਨ ਅ ਪਾਰਟੀਜ਼ ਐਂਡ ਚਿਲਿੰਗ ਵਿਦ ਪੀਪਲ ਐਂਡ ਐਂਟਰਟੇਨਿੰਗ ਦੈਮ। I am not like that at all. ਨੁਕਸਾਨ ਨਹੀਂ ਹੋਇਆ ਮਤਲਬ, ਕਿਉਂਕਿ ਇਹ ਇੰਡਸਟਰੀ ਹੈ ਹੀ ਇਸ ਤਰ੍ਹਾਂ ਦੀ? ਜੀ ਨੁਕਸਾਨ ਤੇ ਬਹੁਤ ਹੋਇਆ। ਤੁਸੀਂ ਆਪ ਸੋਚ ਲਓ 10 ਸਾਲ ਤੋਂ ਮੈਂ ਬੰਬੇ ਹਾਂ, ਔਰ ਮੈਂ 10 ਸਾਲ ਦੇ ਵਿੱਚ ਮੇਰਾ ਨੈਫਿਊ ਮੇਰੇ ਨਾਲ ਰਹਿੰਦਾ, ਜਾਂ ਮੇਰੀ ਮਾਸੀ ਪਹਿਲੋਂ ਲੜਕੀ ਰਹਿੰਦੀ ਸੀਗੀ। ਆਈ ਯੂਜ਼ ਟੂ ਬੀ ਐਟ ਮਾਈ ਜਿਮ, ਮਾਈ ਕਲਾਸਿਸ ਐਟ ਹੋਮ, ਦੈਟਸ ਇਟ। ਹੁਣ ਵੀ ਇਹ ਨਾਲ ਹੀ ਰਹਿੰਦਾ ਹੈ। ਹੀ ਆਲਸੋ ਆਸਕ ਮੀ ਸਮ ਟਾਈਮ ਕਿ ਕੁਐਸਚਨਸ ਕਿ ਭੂਆ ਤੁਸੀਂ ਕਿਤੇ ਜਾਂਦੇ ਹੀ ਨਹੀਂ, ਜੇ ਤੁਸੀਂ ਕਿਤੇ ਜਾਓਗੇ ਨਹੀਂ ਤਾਂ ਕੰਮ ਕਿਵੇਂ ਕਰੋਗੇ ਹੈ ਨਾ। ਵੀ ਮੈਨੂੰ ਫਿਰ ਇਹੋ ਜਿਹੀਆਂ ਵੀ ਕਈ ਫਿਲਮਾਂ ਆਉਂਦੀਆਂ ਜਿਹਦੇ ਵਿੱਚ ਤੁਸੀਂ ਓਵਰ ਐਕਸਪੋਜ਼ ਕਰਨਾ ਹੁੰਦਾ ਆ। ਮੈਨੂੰ ਇਹੋ ਜਿਹੀਆਂ ਵੈਬ ਸੀਰੀਜ਼ ਵੀ ਆਉਂਦੀਆਂ ਆ। ਫਿਰ ਬੈਕ ਆਫ ਦ ਮਾਈਂਡ ਮੇਰੇ ਦਿਮਾਗ ਦੇ ਉੱਤੇ ਇਹ ਬਰਡਨ ਹੁੰਦਾ ਆ ਕਿ ਮਾਈ ਡੈਡਸ ਇਮੇਜ, ਬਿਕਾਜ਼ ਉਹ ਇੱਕ ਬਹੁਤ ਵੱਡੀ ਰਿਸਪੋਂਸਿਬਿਲਿਟੀ ਆ ਮੇਰੇ ਉੱਤੇ, ਬਿਕਾਜ਼ ਆਈ ਕਾਂਟ ਬੀ ਡੂਇੰਗ ਐਵਰੀਥਿੰਗ ਵਟ ਐਵਰ ਆਈ ਵਾਂਟ ਇਨ ਮਾਈ ਲਾਈਫ, ਬਿਕਾਜ਼ ਉਹਨਾਂ ਨੇ ਕੁਛ ਲੈਟਰ ਲਿਖੀ ਸੀਗੀ ਮੇਰੇ ਵਾਸਤੇ ਆਪਣੀ ਡੈਥ ਤੋਂ ਪਹਿਲਾਂ, ਔਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਤੂੰ ਮੇਰੇ ਤੋਂ ਬਾਅਦ ਲੋਕਾਂ ਦੇ ਵਾਸਤੇ ਲੜਨਾ ਆ, ਉਹਨਾਂ ਦੀਆਂ ਚੀਜ਼ਾਂ ਯੂ ਨੋ ਜੋ ਉਹ ਲੜਾਈ ਛੱਡ ਗਏ ਸੀਗੇ। ਸੋ ਇੱਕ ਰਿਸਪੋਂਸਿਬਿਲਿਟੀ ਮੈਨੂੰ ਆਪਣੇ ਆਪ 'ਤੇ ਲੱਗਦੀ ਹੈ ਕਿ ਮੈਂ ਫਿਰ ਯੂ ਨੋ ਸਮ ਟਾਈਮ ਮੈਂ ਕਨਫਿਊਜ਼ ਹੋ ਜਾਂਦੀ ਹਾਂ ਕਿ ਮੈਂ ਆਹ ਕਰਾਂ ਹੈ ਨਾ। ਵੀ ਮੇਰਾ ਐਕਟਿੰਗ ਦਾ ਵੀ ਪੈਸ਼ਨ ਆ,
ਮੈਂ ਇਹ ਵੀ ਕਰਨਾ ਚਾਹੁੰਦੀ ਆ, ਮੈਂ ਇਹ ਵੀ ਕਰਨਾ ਚਾਹੁੰਦੀ ਆ, ਫਾਦਰ ਸਾਹਿਬ ਦੀ ਇੱਕ ਜਿਹੜੀ ਰਿਸਪੌਂਸਿਬਿਲਟੀ ਹੈ ਤੁਹਾਡੇ ਤੇ ਉਹ ਵੀ। ਸੋ ਫਿਰ ਮੈਂ ਸਾਈਡ ਬਾਏ ਸਾਈਡ ਮਤਲਬ ਸੋਸ਼ਲ ਵਰਕ ਵੀ ਕਰਦੀ ਆ, ਔਰ ਸਾਈਡ ਬਾਏ ਸਾਈਡ ਜਿਹੜਾ ਮੈਨੂੰ ਰਿਸਪੈਕਟਿਵ ਕੰਮ ਆਉਂਦਾ ਆ ਇੰਡਸਟਰੀ ਤੋਂ ਉਹ ਵੀ ਕਰਦੀ ਆ। ਸੋ ਮੈਂ ਉਹ ਦੋਵਾਂ ਚੀਜ਼ਾਂ ਨੂੰ ਮੈਨੇਜ ਕਰਕੇ ਜਿਸ ਤਰੀਕੇ ਨਾਲ ਹੋ ਸਕੇ ਉਹ ਚੱਲਣ ਦੀ ਕੋਸ਼ਿਸ਼ ਕਰਦੀ ਬਟ ਸੋਨੀਆ ਹੈਕਟਿਕ ਨਹੀਂ ਹੋ ਜਾਂਦੀ ਇੰਨੀ ਸਾਰੀਆਂ ਚੀਜ਼ਾਂ? ਮਤਲਬ ਤੁਸੀਂ ਆਪਣਾ ਪੈਸ਼ਨ ਵੀ ਜਿਹੜਾ ਹੈ ਉਹ ਪੂਰਾ ਕਰਨਾ ਹੈ, ਬਟ ਇੱਕ ਫੈਮਿਲੀ ਦਾ ਓਬਵੀਅਸਲੀ ਜੋ ਤੁਹਾਡੇ ਫਾਦਰ ਸਾਹਿਬ ਤੁਹਾਡੇ ਤੋਂ ਉਮੀਦ ਕਰਦੇ ਹੋਣਗੇ, ਹੈ ਨਾ? ਕਿੰਨੀ ਉਮਰ ਦੇ ਸੀ? ਸੌਰੀ ਮੈਂ ਪੁੱਛ ਰਹੀ ਹਾਂ। I was on 16 days old. ਓਕੇ, ਬਸ 16 days old ਸੀ ਤੁਸੀਂ? ਜੀ ਓਕੇ। ਓਬਵੀਅਸਲੀ ਮਤਲਬ ਜਦੋਂ ਇੱਕ ਬੱਚਾ ਹੁੰਦਾ ਹੈ ਪੇਰੈਂਟਸ ਬਹੁਤ ਕੁਝ ਸੋਚਦੇ ਆਪਣੇ ਬੱਚੇ ਦੇ ਲਈ, ਰਾਈਟ? ਸੋ ਫਿਰ ਹੈਕਟਿਕ ਲੱਗਦਾ ਕਦੀ ਕਦੀ, ਜਾਂ ਮਤਲਬ ਇਦਾਂ ਹੁੰਦਾ ਹੈ? ਓਬਵੀਅਸਲੀ ਸੋਨੀਆ ਤੁਸੀਂ ਇੱਕ ਇਨਸਾਨ ਹੋ, ਹੈ ਨਾ, ਰਾਈਟ? ਇੰਨਾ ਕੁਝ ਅਸੀਂ ਨਹੀਂ ਮੈਨੇਜ ਕਰ ਪਾਉਂਦੇ ਆਪਣੀ ਲਾਈਫ ਦੇ ਵਿੱਚ, ਕਿਉਂਕਿ ਦੋਨੋਂ ਅਪੋਜ਼ਿਟ ਹੈ ਜੋ ਤੁਸੀਂ ਕਰ ਰਹੇ ਹੋ, ਹੈ ਨਾ? ਇੱਕ ਇੰਡਸਟਰੀ, ਫਿਲਮ ਇੰਡਸਟਰੀ ਇੱਦਾਂ ਦੀ ਹੈ ਜਿਹਦੇ ਵਿੱਚ ਤੁਹਾਨੂੰ ਹਰ ਵੇਲੇ ਬਸ ਦਿਖਾਉਣਾ ਪੈਂਦਾ ਹੈ, ਸ਼ੋਕੇਸ ਬਣ ਕੇ ਰਹਿਣਾ ਪੈਂਦਾ ਹੈ, ਰਾਈਟ? ਔਰ ਦੂਸਰੀ ਸਾਈਡ ਜਿੱਥੇ ਸੋਸ਼ਲ ਸਰਵਿਸਿਜ਼ ਹੈ ਉੱਥੇ ਤੁਹਾਨੂੰ ਲੋਕਾਂ ਦੇ ਵਿੱਚ ਜਾ ਕੇ ਵਿਚਰਨਾ ਪੈਂਦਾ, ਉਹਨਾਂ ਦੇ ਲੈਵਲ 'ਤੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ। ਸੋ ਕਿਸ ਤਰ੍ਹਾਂ ਮੈਨੇਜ ਹੁੰਦੀ ਇਹ ਚੀਜ਼ਾਂ? ਇਟਸ ਵੈਰੀ ਡਿਫਿਕਲਟ ਬਟ ਆਈ ਸਮਹਾਓ ਮੈਨੇਜ ਕਰਦੀ ਹਾਂ, ਮੈਂ ਜਾਂਦੀ ਹਾਂ, ਔਰ ਮੈਨੂੰ ਗਰਾਊਂਡਡ ਰਹਿਣਾ ਪੈਂਦਾ ਆ, ਹੈ ਨਾ? ਵੀ ਮੈਨੂੰ ਬਾਕੀ ਸੈਲੀਬ੍ਰਿਟੀਜ਼ ਵਿੱਚ ਜਿਵੇਂ ਬਾਕੀ ਦੇ ਸੈਲੀਬ੍ਰਿਟੀਜ਼ ਹੁੰਦੇ ਆ ਉਹਨਾਂ ਦੇ ਵਿੱਚ ਜਾਂ ਫਿਰ ਥੋੜ੍ਹੀ ਐਟੀਟਿਊਡ ਹੋਊਗਾ ਜਾਂ ਫਿਰ 4 ਬਾਊਂਸਰ ਲੈ ਕੇ ਤੁਰਦੇ ਹੋਣਗੇ, ਬਟ ਸੋਨੀਆ ਮਾਨ ਨੂੰ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੀ ਨਹੀਂ, ਬਿਕਾਜ਼ ਮੈਂ ਤਾਂ ਗਰਾਊਂਡ ਲੈਵਲ 'ਤੇ ਇੱਥੋਂ ਹੀ ਉੱਠੀ ਹਾਂ, ਇਹੀ ਘਰ ਸੀਗਾ ਮੇਰਾ, ਹੈ ਨਾ? ਵੀ ਮੈਨੂੰ ਇਹ ਸਾਰੀਆਂ ਚੀਜ਼ਾਂ ਨਾ ਕਰਨੀਆਂ ਆਉਂਦੀਆਂ ਆ, ਔਰ ਨਾ ਮੈਨੂੰ ਇਹ ਲੱਗਦਾ ਵੀ ਅੱਜ ਵੀ ਮੈਂ ਐਕਟਰਸ ਹਾਂ, ਓਕੇ ਫਾਈਨ, ਮੈਂ ਆ ਇੰਨੀਆਂ ਫਿਲਮਾਂ ਕੀਤੀਆਂ। ਮੇਰੇ ਸਾਰੇ ਫਰੈਂਡਸ ਮੈਨੂੰ ਕਹਿੰਦੇ ਆ ਕਿ ਜਿਹੇ ਜੀ ਤੂੰ ਸੀਗੀ ਅੱਜ ਵੀ ਤੂੰ ਉਹੋ ਜਿਹੀ ਆ, ਮਤਲਬ ਤੇਰੇ ਵਿੱਚ ਕੋਈ ਚੇਂਜ ਨਹੀਂ ਆਇਆ। ਐਂਡ ਮੈਂ ਸਹੀ ਗੱਲ ਆ, ਮੈਂ ਜਦੋਂ ਕੋਈ ਫਿਲਮ ਦੇ ਸੈੱਟ 'ਤੇ ਵੀ ਜਾਂਦੀ ਹਾਂ ਉਦੋਂ ਵੀ ਮੈਨੂੰ ਇਹੀ ਲੱਗਦਾ ਵੀ ਮੈਨੂੰ ਕੁਛ ਨਹੀਂ ਆਉਂਦਾ। ਆਈ ਆਲਵੇਜ਼ ਸੇ ਕਿ ਸਰ ਮੈਨੂੰ ਦੱਸੋ ਕਿਵੇਂ ਕਰਨਾ ਆ, ਮਤਲਬ ਮੈਂ ਇਹ ਸੋਚਦੀ ਹਾਂ ਕਿ ਮੈਂ ਨਿਊ ਕਮਰ ਹਾਂ। ਜਿਵੇਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ 10 ਸਾਲ ਹੋ ਗਏ ਬੰਬੇ, ਬਟ ਮੈਨੂੰ ਇਹ ਲੱਗਦਾ ਕੱਲ੍ਹ ਹੀ ਗਈ ਸੀਗੀ। ਹਜੇ ਵੀ ਮੈਨੂੰ ਬਹੁਤ ਸਿੱਖਣ ਦੀ ਲੋੜ ਆ ਲਾਈਫ ਦੇ ਵਿੱਚ। ਸੋਨੀਆ, ਕਦੀ ਬਹੁਤ ਸਾਰੇ ਲੋਕੀ ਮਿਲਦੇ ਆ ਸਾਨੂੰ, ਹੈ ਨਾ, ਦੁਨੀਆ ਦੇ ਵਿੱਚ, ਚਾਹੇ ਤੁਸੀਂ ਇਸ ਲਾਈਨ ਦੇ ਵਿੱਚ ਹੋਵੋ ਜਾਂ ਨਾ ਹੋਵੋ, ਬਟ ਇਹ ਲਾਈਨ ਇੱਦਾਂ ਦੀ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਲੋਕੀ ਟੱਕਰ ਹੀ ਜਾਂਦੇ ਆ। ਕਦੀ ਕਿਸੇ ਨੇ ਸੋਨੀਆ ਦਾ ਫਾਇਦਾ ਚੁੱਕਣ ਦੀ ਕਦੀ ਮਤਲਬ ਹਿੰਮਤ ਕੀਤੀ, ਜਾਂ ਫਿਰ ਕਦੀ ਕਿਸੇ ਨੇ ਸੋਚਿਆ ਕਿ ਅੱਛਾ ਇਹ ਤਾਂ ਨਵੀਂ ਆਈ ਹੈ ਇੱਥੇ ਮੁੰਬਈ ਵਰਗੇ ਸ਼ਹਿਰ ਦੇ ਵਿੱਚ, ਮਾਇਆ ਨਗਰੀ ਵਿੱਚ ਤਾਂ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ, ਤੁਹਾਨੂੰ ਮਿਲਣਾ ਵੀ ਪੈਂਦਾ ਉਹਨਾਂ ਨਾਲ। ਸੋ ਕਿਸ ਤਰ੍ਹਾਂ ਉਸ ਚੀਜ਼ਾਂ ਤੋਂ ਕਿਸ ਤਰ੍ਹਾਂ ਬਚੇ ਹਮੇਸ਼ਾ ਸੋਨੀਆ? ਜੀ ਜਦੋਂ ਮੇਰੀ ਪਹਿਲੀ ਫਿਲਮ ਸੀਗੀ ਗੱਭਰੂ ਦੇਸ਼ ਪੰਜਾਬ ਦੇ, ਹੈ ਨਾ, ਉਹ ਮੈਨੂੰ ਦਰਸ਼ਨ ਔਲਖ ਜੀ ਨੇ ਦਵਾਈ ਸੀਗੀ, ਔਰ ਬਹੁਤ ਹੀ ਡੀਸੈਂਟ ਲੋਕੀ ਸੀਗੇ ਚੀਮਾ ਸਟੂਡੀਓ ਵਾਲੇ। ਫਿਰ ਉਸ ਤੋਂ ਬਾਅਦ ਉਸ ਫਿਲਮ ਦੇ ਵਿੱਚ ਦਾਰਾ ਸਿੰਘ ਵਾਜ਼ ਮਾਈ ਗ੍ਰੈਂਡਫਾਦਰ, ਅੰਕਲ ਆਂਟੀ ਸੈੱਟ 'ਤੇ ਸੀਗੇ, ਔਰ ਉਹ ਮੈਨੂੰ ਇੰਨਾ ਪਿਆਰ ਪੈ ਗਿਆ ਉਹਨਾਂ ਦਾ ਮੇਰੇ ਨਾਲ। ਐਂਡ ਉਹ ਵੀ ਆਂਟੀ ਵੀ ਅੰਮ੍ਰਿਤਸਰ ਤੋਂ ਸੀਗੇ, ਅਤੇ ਮੰਮਾ ਦੇ ਨਾਲ ਵੀ ਉਹਨਾਂ ਦੀ ਕਾਫੀ ਜ਼ਿਆਦਾ ਬਾਉਂਡਿੰਗ ਹੋ ਗਈ, ਅਤੇ ਉਹਨਾਂ ਨੇ ਮੈਨੂੰ ਬੰਬੇ ਆਪਣੇ ਘਰੇ ਰੱਖਿਆ, ਔਰ ਮੈਨੂੰ ਐਕਟਿੰਗ ਸਕੂਲ ਕਰਾਇਆ, ਔਰ ਮੈਨੂੰ ਸਪੋਰਟ ਕੀਤਾ ਫਿਲਮ ਇੰਡਸਟਰੀ ਦੇ ਵਿੱਚ। ਨਹੀਂ ਤਾਂ ਇਕੱਲੀ ਇੱਕ ਕੁੜੀ ਇੱਥੋਂ ਉੱਠ ਕੇ ਕਿਵੇਂ ਸਾਰਾ ਕੁਝ ਕਰ ਸਕਦੀ ਸੀਗੀ, ਬਟ दारा आंटी, अनु भैया, विंदु जी, उन्होंने मेरे को बहुत सपोर्ट किया लाइफ में, लाइक दे आर लाइक अ पिलर्स टू मी। सो इस करके मैनू यह जिहा कुछ फेस नहीं करना पिया, बिकॉज जो तुहाडे पिछे स्ट्रोंग फैमिली खड़ी होवे ना, तो किसी की हिम्मत नहीं हुंदी कि तुहाडे नाल कोई बदतमीजी कर जाए, क्योंकि अनु भैया इज़ लाइक ऑलवेज लाइक लड़न के मूड च रहिंदे है, कोई कह के किवें जावे जिवें कोई जावे। हाँ, सो इट्स जस्ट लाइक कि मेरे नाल वो हमेशा खड़े रहे ने, और मैनू यह जी कोई प्रॉब्लम नहीं फेस करनी। बट सोनिया सी मतलब ये थोड़ी है ना एक वक्री स्टोरी है, थानू उदा दी चीज़ां फेस नहीं करनी पईयां, बट बहुत सारी एक्ट्रेसिस या मॉडल्स इदां दी होंदियां जो स्ट्रगल करदियां ने, उन्हां नाल तां हुंदा ही है, जो एस्टैबलिश भी होंदियां, वेल एस्टैबलिश उन्हां नाल भी इदां दी होंदी जिहड़े है चीज़ां हो चुकियां होंदियां या फेस करनियां पैंदियां उन्हां नूं। हाले दे विच असीं देखिया कि पंजाबी इंडस्ट्री विच ਤੁਹਾਨੂੰ ਪਤਾ ਹੀ ਹੈ ਕਿ ਮੈਂਡੀ ਦੇ ਨਾਲ ਕੀ ਕਿਸੇ ਨੇ ਇਹਨਾਂ ਗਲਤ ਹੋ ਇੱਕ ਰੋਂਗ ਵੀਡੀਓ ਬਣਾ ਕੇ ਰਾਈਟ ਵਾਇਰਲ ਕੀਤੀ ਉਸ ਨੂੰ। ਸੋ ਬੀਇੰਗ ਅ ਗਰਲ, ਬੀਇੰਗ ਅ ਵਿਮਨ, ਤੁਸੀਂ ਕੀ ਸੋਚਦੇ ਹੋ ਕਿ ਮਤਲਬ ਇਸ ਟਾਈਮ ਦੇ ਵਿੱਚ ਆ ਕੇ ਵੀ, ਜਿੱਥੇ ਮਤਲਬ ਪਹਿਲੇ ਤਾਂ ਕੁੜੀਆਂ ਨੂੰ ਇਹ ਹੁੰਦਾ ਸੀ ਕਿ ਅਸੀਂ ਇਸ ਲਾਈਨ 'ਚ ਜਾਈਏ ਕਿੱਦਾਂ, ਪੇਰੈਂਟਸ ਨਾਲ ਜਿਹੜਾ ਆਪਣਾ ਇੱਕ ਲੜਾਈ ਵੱਖਰੀ ਹੁੰਦੀ ਸੀ। ਹੁਣ ਜਦੋਂ ਪੇਰੈਂਟਸ ਦੀ ਜਿਹੜੀ ਹੈ ਓਪਨ ਹੋ ਰਹੀ ਹੈ ਸੋਚ, ਅਤੇ ਉਹਦੇ ਵਿੱਚ ਇੱਦਾਂ ਦੇ ਲੋਕੀ ਆ ਰਹੇ ਨੇ ਜੋ ਤੁਹਾਨੂੰ ਪਤਾ ਹੀ ਨਹੀਂ ਹੈ ਤੁਹਾਨੂੰ ਕਿਸ ਤਰ੍ਹਾਂ ਹਾਰਮ ਕਰ ਸਕਦੇ ਆ। ਇਹ ਕੁਛ ਮੈਂਟਲੀ ਸਿੱਖ ਲੋਕੀ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਦੀ ਸੋਚ ਬਹੁਤ ਗਲਤ ਹੁੰਦੀ ਆ, ਨੈਗੇਟਿਵ ਲੋਕੀ ਹੁੰਦੇ ਆ ਜਿਹੜਾ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਆ, ਹੈ ਨਾ।
ਵੀ ਜੋ ਮੈਂਡੀ ਦੇ ਨਾਲ ਹੋਇਆ ਬਹੁਤ ਬੁਰਾ ਹੋਇਆ ਔਰ ਇਹ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਜਿਹੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਤੁਹਾਡੇ ਘਰ 'ਚ ਵੀ ਮਾਂ ਭੈਣ ਹੈਗੀ ਆ, ਹੈ ਨਾ, ਵੀ ਤੁਸੀਂ ਕਿਸੇ ਦਾ ਬੁਰਾ ਸੋਚ ਰਹੇ ਹੋ, ਕੱਲ੍ਹ ਨੂੰ ਤੁਹਾਡੇ ਘਰ ਵੀ ਹੋ ਸਕਦਾ ਆ। ਕਰਮਾ ਨਾਮ ਦੀ ਇੱਕ ਚੀਜ਼ ਹੁੰਦੀ ਆ, ਕਹਿੰਦੇ ਵੀ ਇੱਕ ਤੁਹਾਡੇ ਸੰਸਕਾਰ ਆ ਨਾ ਜਿਹੜੇ ਉਹ ਤੁਹਾਡੇ ਘਰ ਤੋਂ ਸ਼ੁਰੂ ਹੁੰਦੇ ਆ। ਤੁਹਾਡੀ ਫੈਮਿਲੀ, ਤੁਹਾਡੇ ਮਾਂ ਪਿਓ ਤੁਹਾਨੂੰ ਸੰਸਕਾਰ ਦਿੰਦੇ ਆ ਵੀ ਤੁਸੀਂ ਕਿਹੋ ਜਿਹੇ ਬਣਨਾ ਆ, ਤੁਹਾਡੀ ਨੀਂਹ ਤੁਹਾਡੇ ਘਰ ਤੋਂ ਰੱਖੀ ਜਾਂਦੀ ਆ। ਸੋ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਦੀ ਕਿਤੇ ਪਰਵਰਿਸ਼ ਦੇ ਵਿੱਚ ਕਮੀ ਰਹਿ ਗਈ ਹੁੰਦੀ ਆ, ਜਿਹੜੇ ਉਹ ਇਹੋ ਜਿਹੇ ਕੰਮ ਕਰਦੇ ਆ, ਰਾਈਟ। ਇੰਨਾ ਗਲਤ ਮੈਂ ਐਕਚੁਅਲੀ ਮੈਨੂੰ ਬਹੁਤ ਬੁਰਾ ਲੱਗਾ ਜਦੋਂ ਮੈਂ ਉਹ ਦੇਖਿਆ, ਬਿਕਾਜ਼ ਇੱਕ ਕੁੜੀ ਪਹਿਲੋਂ ਤੇ ਆਪਣੇ ਘਰਦਿਆਂ ਨਾਲ ਲੜਦੀ ਆ ਕਿ ਮੈਂ ਫਿਲਮ ਇੰਡਸਟਰੀ 'ਚ ਜਾਣਾ ਆ, ਜਦੋਂ ਉਹ ਆਉਂਦੀ ਹੈ ਇੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਦੀ ਆ, ਨਾਮ ਬਣਾਉਂਦੀ ਹੈ, ਕਿੰਨੀਆਂ ਸਿਚੁਏਸ਼ਨਸ 'ਚੋਂ ਨਿਕਲਦੀ ਆ, ਫਿਰ ਉਸ ਤੋਂ ਬਾਅਦ ਉਹਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ। ਇਟਸ ਲਾਈਕ ਵੈਰੀ ਬੈਡ। ਇਹ ਜਿਹੇ ਲੋਕਾਂ ਨੂੰ ਮੈਂ ਤਾਂ ਕਹਿੰਦੀ ਹਾਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਹੁਤ ਜ਼ਿਆਦਾ ਐਕਟਿਵ ਹੋਣਾ ਚਾਹੀਦਾ ਹੈ ਵੀ ਇਹ ਕਿੱਥੋਂ ਕੌਣ ਵੀਡੀਓ ਬਣਾ ਕੇ ਪਾਉਂਦਾ ਆ, ਕਿੱਥੇ ਆਉਂਦੀ ਆ, ਹੈ ਨਾ, ਕਿ ਇਹ ਜਿਹੇ ਲੋਕਾਂ ਨੂੰ ਜੇ ਇੱਕ ਅੱਧੀ ਵਾਰੀ ਫੜਿਆ ਜਾਵੇ, ਹੈ ਨਾ, ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਫਿਰ ਅੱਗੇ ਤੋਂ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਊਗੀ ਕਿ ਤੁਸੀਂ ਕਿਸੇ ਵਾਸਤੇ ਗਲਤ, ਇੱਕ ਤਾਂ YouTube ਦੇ ਉੱਤੇ ਲੋਕੀ ਬਹੁਤ ਗਲਤ ਕਮੈਂਟ ਕਰਦੇ ਆ, ਦੈਟ ਇਜ਼ ਰੀਅਲੀ ਬੈਡ। ਕਿ ਤੁਸੀਂ ਜੇ ਕੋਈ ਚੀਜ਼ ਨਹੀਂ ਦੇਖਣਾ ਚਾਹੁੰਦੇ ਜਾਂ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤੇ ਤੁਹਾਡਾ ਕੋਈ ਮਤਲਬ ਨਹੀਂ ਬਣਦਾ ਕਿ ਉਸ ਚੀਜ਼ ਅਬਿਊਜ਼ ਕਰੋ ਹੈ ਨਾ। ਵੀ ਇੱਕ ਰਿਸਪੈਕਟਿਵ ਲੈਂਗੁਏਜ ਹੁੰਦੀ ਹੈ ਕਿਸੇ ਵਾਸਤੇ ਵੀ। ਉਹ ਸਾਰੇ ਆਈ ਥਿੰਕ ਸਾਈਬਰ ਗਵਰਨਮੈਂਟ ਆਫ ਪੰਜਾਬ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਸਾਈਬਰ ਕ੍ਰਾਈਮ ਨੂੰ ਇੱਕ ਐਕਟਿਵ ਕਰਨਾ ਪਊਗਾ ਕਿ ਜਿਹੜੇ ਲੋਕੀ ਵੀ ਤੁਹਾਡੇ YouTube ਦੇ ਉੱਤੇ ਵੀ ਥੱਲੇ ਗਲਤ ਕਮੈਂਟਸ ਕਰਦੇ ਆ ਔਰ ਜਿਹੜੇ ਵੀ ਲੋਕੀ ਤੁਹਾਡੇ ਇਹੋ ਜਿਹੀਆਂ ਵੀਡੀਓਜ਼ ਬਣਾਉਂਦੇ ਆ ਉਹਨਾਂ ਲਈ ਇੱਕ ਪਨਿਸ਼ੇਬਲ ਸਜ਼ਾ ਹੋਣੀ ਚਾਹੀਦੀ ਆ, ਤਾਂ ਕਿ ਅੱਗੇ ਤੋਂ ਕਿਸੇ ਦੀ ਇੰਨੀ ਹਿੰਮਤ ਨਾ ਹੋਵੇ ਕਿ ਕਿਸੇ ਦੇ ਕਰੀਅਰ ਦੇ ਨਾਲ ਜਾਂ ਕਿਸੇ ਦੀ ਇਮੇਜ ਦੇ ਨਾਲ ਕੋਈ ਖੇਡ ਸਕੇ। ਬਿਲਕੁਲ ਇਦਾਂ ਦਾ ਖਿਲਵਾੜ ਤੇ ਕਿਸੇ ਨਾਲ ਵੀ ਨਾ ਹੋਵੇ। ਮੈਨੂੰ ਲੱਗਦਾ ਮੈਂਡੀ ਨੂੰ ਹੈਡਸ ਆਫ ਹੈ ਕਿ ਮੈਂਡੀ ਨੇ ਇੰਨੇ ਗਟਸ ਰੱਖੇ ਹੋਏ ਔਰ ਮੈਂਡੀ ਇੰਨੀ ਸਟਰੋਂਗ ਹੈ ਕਿ ਉਹ ਇਸ ਚੀਜ਼ ਨੂੰ ਫੇਸ ਕਰ ਰਹੀ ਹੈ, ਰਾਈਟ। ਔਰ ਤੁਸੀਂ ਇੱਕ ਕੁੜੀ ਔਰ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ, ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਹੋ ਔਰ ਹਰ ਤਰੀਕੇ ਦਾ ਜਿੱਦਾਂ ਉਹਨਾਂ ਨੂੰ ਹੈਲਪ ਚਾਹੀਦੀ ਤੁਸੀਂ ਕਰਦੇ ਹੋ, ਹੈ ਨਾ। ਸੇਮ ਐਜ਼ ਇੱਕ ਤੁਸੀਂ ਮੈਂ ਦੇਖਿਆ ਕਿ ਇੱਕ ਚੈਨਲ ਤੇ ਤੁਸੀਂ ਸੀਗੇ ਔਰ ਇੱਕ ਕੁੜੀ ਨੂੰ ਐਪਰੀਸ਼ੀਏਟ ਕਰ ਰਹੇ ਸੀਗੇ ਕਿਉਂਕਿ ਪਿਛਲੇ ਦਿਨ ਅਸੀਂ ਦੇਖਿਆ ਕਿ ਉਹਨੇ ਲੜੀ ਹੈ, ਉਹ फाइट की ਉਹਨੇ प्रॉपर जी हाँ कुसुम जी, कुसुम ने हाँ बहुत ही ज़्यादा हिम्मत दिखाई। देखो दो मुंडे ये आम हुंदा आ, मेरे मम्मा दे नाल भी होया सीगा। ये सुनसान गलियां दे विच ड्रग्स करदे आ मुंडे, मोटरसाइकिलां ते आंदे आ और पर्स खिच के लै जांदे आ। ये नहीं देखदे तो उस बंदे दे किन्ने इंपॉर्टेंट डॉक्यूमेंट्स ਉਹਦੇ ਵਿੱਚ ਹੋਣਗੇ। ਮੇਰੇ ਨਾਲ ਵੀ ਹੋਇਆ ਸੀਗਾ। ਮੈਂ ਨਾ ਬੰਬੇ ਆਟੋ ਦੇ ਵਿੱਚ ਸੀਗੀ, मैं ऑटो 'ਚ ਸੀਗੀ ਐਂਡ ਮੇਰਾ फ़ोन ਐਵੇਂ ਹੱਥ 'ਚ ਸੀਗਾ ਔਰ ਦੋ ਬਾਈਕ ਵਾਲੇ ਆਏ, ਉਹਨਾਂ ਨੇ ਮੇਰਾ फ़ोन ਮੇਰੇ ਕੋਲੋਂ ਖਿੱਚਣ ਦੀ ਕੋਸ਼ਿਸ਼ ਕੀਤੀ ਬਟ ਮੈਂ ਨਹੀਂ ਖੋਣ ਦਿੱਤਾ। ਮੈਂ ਫੜ ਕੇ ਰੱਖਿਆ, ਮੈਂ ਉਹਨੂੰ ਕਿੱਕ ਕੀਤਾ, ਉਹਦੀ ਬਾਈਕ ਥੱਲੇ ਡਿੱਗ ਗਈ। ਇਹ ਆਮ ਹੁੰਦਾ ਆ, ਮਤਲਬ ਤੁਹਾਡੇ ਤੋਂ ਖੋਣ ਦੀ ਕੋਸ਼ਿਸ਼ ਕਰਦੇ ਆ ਬਿਕਾਜ਼ ਇਹਨਾਂ ਕੋਲ ਪੈਸੇ ਨਹੀਂ ਹੁੰਦੇ, ਡਰੱਗਸ ਕਰਨਾ ਹੁੰਦਾ ਆ, ਦੂਜੇ ਦੀ ਪਰਸ ਖੋਹ ਲੈਂਦੇ ਆ, ਇਹ ਸਾਰਾ ਕੁਝ। ਬਟ ਅੱਜ ਕੱਲ੍ਹ ਤੇ CCTV ਕੈਮਰਾਜ਼ ਹੈਗੇ ਨੇ, ਉਹ ਜਿਹੜੀ ਇੰਨੀ ਵਧੀਆ ਉਹਦੀ ਦਿਖਾਈ ਬਟ ਉਹਨੇ ਕੁੜੀ ਨੇ ਟਾਈਕਵਾਂਡੋ ਸਿੱਖ ਰਹੀ ਆ, ਦੈਟਸ ਰੀਅਲੀ ਨਾਈਸ। ਔਰ ਪਿੱਛੇ ਜੇ ਮੈਂ ਚੱਕਰਾਂ ਪਿੰਡ ਦੇ ਵਿੱਚ ਗਈ ਸੀਗੀ, ਸਾਡੇ ਮਨਦੀਪ ਆ ਕੁੜੀ, ਉਹਨੇ ਵਰਲਡ ਲੈਵਲ ਤੇ ਸਾਡੇ ਇੰਡੀਆ ਨੂੰ ਪ੍ਰੈਜ਼ੈਂਟ ਕੀਤਾ ਬਾਕਸਿੰਗ ਦੇ ਵਿੱਚ। ਦੈਟਸ ਆਲਸੋ ਰੀਅਲੀ ਨਾਈਸ ਬਿਕਾਜ਼ ਬਾਕਸਿੰਗ ਮੈਨੂੰ ਲੱਗਦਾ ਵੀ ਸਾਡੇ ਜਿੰਨੀਆਂ ਵੀ ਇੰਡੀਆ ਦੀਆਂ ਪੰਜਾਬ ਦੀਆਂ ਕੁੜੀਆਂ ਨੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਅੱਗੇ ਆਉਣਾ ਚਾਹੀਦਾ ਆ, ਕਿਉਂਕਿ ਸਪੋਰਟਸ 'ਚ ਅੱਗੇ ਆਉਣਗੇ, ਸਾਡੇ ਇੰਡੀਆ ਨੂੰ ਪ੍ਰੈਜ਼ੈਂਟ ਕਰਨਗੇ, ਨਾਲੇ ਬਰੇਵ, ਨਾਲੇ ਇੰਡੀਪੈਂਡੈਂਟ, ਨਾਲੇ ਸਪੋਰਟਸ ਕੋਟੇ ਦੇ ਵਿੱਚ ਸਰਕਾਰੀ ਨੌਕਰੀ ਵੀ ਮਿਲਦੀ ਆ, ਆਈ ਬਿਲੀਵ, ਹੈ ਨਾ, ਵੀ ਇੱਕ ਇੰਡੀਪੈਂਡੈਂਟ ਕੁੜੀਆਂ ਹੋਣੀਆਂ ਬਹੁਤ ਜ਼ਰੂਰੀ ਆ। ਬਟ ਕੁੜੀਆਂ ਦੀ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਜਿੱਥੇ ਐਪਰੀਸ਼ੀਏਟ ਕਾਫੀ ਲੋਕੀ ਕਰ ਰਹੇ ਆ ਕੰਮ ਨੂੰ, ਹੈ ਨਾ, ਤੁਹਾਡੇ ਕੰਮ ਨੂੰ ਵੀ ਬਹੁਤ ਲੋਕੀ ਐਪਰੀਸ਼ੀਏਟ ਕਰ ਰਹੇ ਆ ਬਟ ਇੱਦਾਂ ਵੀ ਹੋ ਜਾਂਦਾ ਕਿ ਅਗਰ ਸੋਨੀਆ ਆਪਣੀ ਮਰਜ਼ੀ ਦੀ ਕੋਈ ਚੀਜ਼ ਕਰਨਾ ਚਾਹੁੰਦੀ ਹੈ, ਰਾਈਟ, ਕੋਈ ਅਗਰ ਸੋਨੀਆ ਨੇ ਅਜਿਹੀ ਪਿਕਚਰ ਅਪਲੋਡ ਕਰਤੀ ਜਿੱਥੇ ਸੋਨੀਆ ਨੂੰ ਜਾ ਕੇ ਸ਼ਾਂਤੀ ਮਿਲਦੀ ਹੈ, ਉੱਥੇ ਲੋਕੀ ਉਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਇਹੀ ਗੱਲ ਦੇ ਉੱਤੇ ਨਾ ਮੇਰੀ ਪਿੱਛੇ ਜੇ ਬਹੁਤ ਜ਼ਿਆਦਾ ਵਾਈਡ ਡਿਸਕਸ਼ਨ ਹੋਈ ਸੀਗੀ। ਇੱਕ ਚੈਨਲ ਵਾਲਿਆਂ ਨੇ ਮੈਨੂੰ ਫ਼ੋਨ ਕਰ ਲਿਆ ਸੀਗਾ ਕੈਨੇਡਾ ਤੋਂ, ਤਹਿਲਕਾ ਚੈਨਲ ਵਾਲਿਆਂ ਨੇ, ਬਟ ਉਹਨਾਂ ਨੇ ਬਹੁਤ ਹੀ ਖਰਾਬ ਕੁਐਸਚਨਸ ਪੁੱਟ ਕੀਤੇ। ਮੈਂ ਸੋਚਿਆ ਕਿ ਕੋਈ ਚੀਜ਼ ਕਲੈਰੀਫਾਈ ਕਰਨ ਵਾਸਤੇ ਤੁਸੀਂ ਮੈਨੂੰ ਫ਼ੋਨ ਕਰ ਰਹੇ ਹੋ ਔਰ ਦੱਸਣਾ ਚਾਹੁੰਦੇ ਹੋ ਕਿ ਮੈਂ ਉਹ ਫੋਟੋ ਕਿਉਂ ਅਪਲੋਡ ਕੀਤੀ। ਦੇਖੋ ਮੇਰੀ ਆਪਣੀ ਪਰਸਨਲ ਲਾਈਫ ਆ, ਹੈ ਨਾ, ਵੀ ਮੈਂ
ਮੈਂ ਜੋ ਚਾਹਾਂ ਉਹ ਮੈਂ ਕਰ ਸਕਦੀ ਹਾਂ, ਹੈ ਨਾ। ਵੀ ਮੈਂ ਪਬਲਿਕ ਫਿਗਰ ਵੀ ਬਣੀ ਆ ਤੇ ਪਬਲਿਕ ਨੇ ਮੈਨੂੰ ਇਸੇ ਤਰੀਕੇ ਨਾਲ ਐਕਸੈਪਟ ਕੀਤਾ ਹੋਊਗਾ, ਉਹਦੇ ਪਿੱਛੇ ਵੀ ਮੇਰਾ ਆਪਣਾ ਇੱਕ ਸਟਰਗਲ ਆ। ਤੁਸੀਂ ਮੈਨੂੰ ਮਹੀਨੇ ਦੇ ਆ ਕੇ ਮੇਰੇ ਪੈਸੇ ਨਹੀਂ, ਮੈਨੂੰ ਮੇਰਾ ਰੈਂਟ ਨਹੀਂ ਦੇ ਕੇ ਜਾਂਦੇ, ਜਾਂ ਤੁਸੀਂ ਮੇਰਾ ਖਰਚਾ ਨਹੀਂ ਚੁੱਕ ਰਹੇ ਕਿ ਮੈਂ ਤੁਹਾਡੇ ਅਕੋਰਡਿੰਗਲੀ ਚੱਲਣਾ। ਨੋ, ਇਟਸ ਮਾਈ ਓਨ ਲਾਈਫ ਮੇਰੀ। ਔਰ ਦੂਜੀ ਗੱਲ ਆ, ਸੋਨੀਆ ਮਾਨ ਦਾ ਅਗਰ ਤੁਸੀਂ ਸੋਸ਼ਲ ਹੈਂਡਲ ਦੇਖਦੇ ਹੋ, ਉਹਦੇ ਤੇ ਮੇਰੀਆਂ ਜ਼ਿਆਦਾਤਰ ਪਿਕਚਰ ਸਾਰੀਆਂ ਬੜੀਆਂ ਰਿਸਪੈਕਟਿਵ ਪਿਕਚਰਸ ਹੁੰਦੀਆਂ, ਜਾਂ ਕੋਈ ਸੋਸ਼ਲ ਵਰਕ ਦੀਆਂ ਹੁੰਦੀਆਂ, ਜਾਂ ਕੋਈ ਵੀ ਹੈ ਨਾ ਐਕਟੀਵਿਟੀ ਮੈਂ ਕਰ ਰਹੀ ਹੁੰਦੀ ਹਾਂ, ਉਹ ਮੈਂ ਪਾਉਂਦੀ ਹਾਂ। ਮੈਂ ਚਾਹੇ ਕੁਝ ਵੀ ਕਰਦੀ ਹਾਂ, ਮੈਂ ਉਹ ਪਾਉਂਦੀ ਹਾਂ, ਹੈ ਨਾ। ਤੁਸੀਂ ਉਹ ਪਿਕਚਰ ਦੇ ਉੱਤੇ ਧਿਆਨ ਦੇ ਰਹੇ ਹੋ, ਤੁਸੀਂ ਉਹਦੇ ਤੋਂ ਪਹਿਲਾਂ ਜਿਹੜੀਆਂ ਇੰਨੀਆਂ ਐਕਟੀਵਿਟੀਜ਼ ਕੀਤੀਆਂ ਆ ਉਹਦੇ ਉੱਤੇ ਤੁਸੀਂ ਧਿਆਨ ਨਹੀਂ ਦੇ ਰਹੇ। ਇਟ ਮੀਨਸ ਕਿ ਤੁਹਾਡਾ ਦਿਮਾਗ ਜਿਹੜਾ ਆ ਉਹ ਸਿਰਫ ਨੈਗੇਟਿਵ ਗੱਲਾਂ ਵੱਲ ਜਾਂਦਾ ਆ, ਕਿ ਇੱਕ ਕੋਈ ਨਾ ਕੋਈ ਅਸੀਂ ਕੰਟਰੋਵਰਸੀ ਚੱਕੀਏ, ਹੈ ਨਾ। ਪੋਜ਼ਿਟਿਵ ਗੱਲਾਂ ਵੱਲ ਨਹੀਂ ਜਾਂਦਾ, ਵੀ ਜਿੱਥੇ ਕਿਤੇ ਮੈਂ ਪਿੱਛੇ ਕੋਈ ਸੋਸ਼ਲ ਵਰਕ ਕੀਤਾ ਹੋਊਗਾ ਉਹ ਤੁਸੀਂ ਨਹੀਂ ਮੈਨੂੰ ਫੋਨ ਕੀਤਾ ਉਹਦੇ ਵਾਸਤੇ, ਰਾਈਟ। ਔਰ ਦੂਜੀਆਂ ਕੁੜੀਆਂ ਵੱਲ ਨਹੀਂ ਦੇਖਦੇ ਵੀ ਜਿਹੜੀਆਂ ਇੰਨੀਆਂ ਅਸ਼ਲੀਲ ਫੋਟੋਆਂ ਪਾਉਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੂੰ ਕਿਉਂ ਨਹੀਂ ਤੁਸੀਂ ਫੋਨ ਕਰਕੇ ਕੁਐਸਚਨ ਕਰਦੇ ਵੀ ਤੁਸੀਂ ਸਾਡਾ ਸਿੱਖੀਜ਼ਮ ਖਰਾਬ ਕਰ ਰਹੇ ਹੋ ਅਸ਼ਲੀਲ ਫੋਟੋਆਂ ਪਾ ਕੇ, ਰਾਈਟ। ਉਹ ਵੀ ਤਾਂ ਇੱਕ ਗਲਤ ਗੱਲ ਆ ਨਾ। ਉਹਨਾਂ ਨੂੰ ਫੋਨ ਨਹੀਂ ਕਰਨਗੇ, ਫੋਨ ਮੈਨੂੰ ਕਰਨਗੇ, ਕਿਉਂਕਿ ਇੱਥੇ ਸੋਨੀਆ ਮਾਨ ਤੋਂ ਤੁਹਾਨੂੰ ਕੋਈ ਕੰਟਰੋਵਰਸੀ ਲੱਭ ਰਹੀ ਆ। ਦੈਟ ਇਜ਼ ਇਟ, ਯੂ ਨੋ। ਬਟ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਵੀ ਸਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪੈਦਲ ਯਾਤਰਾ ਕੀਤੀ ਸੀਗੀ, ਔਰ ਜਿੱਥੇ ਜਿੱਥੇ ਉਹ ਗਏ ਨੇ ਉੱਥੇ ਉੱਥੇ ਉਹਨਾਂ ਦੀ ਮਜ਼ਾਰ ਬਣੀ ਆ। ਉਹਨਾਂ ਨੂੰ ਉੱਥੇ ਪੀਰਾਂ ਫਕੀਰਾਂ ਦਾ ਅਹੁਦਾ ਦਿੱਤਾ ਗਿਆ ਆ। ਮੁਸਲਮਾਨ ਉਹਨਾਂ ਦੀ ਇੰਨੀ ਰਿਸਪੈਕਟ ਕਰਦੇ ਆ, ਹੈ ਨਾ। ਜਦੋਂ ਗੁਰੂ ਨਾਨਕ ਦੇਵ ਜੀ ਦਾ ਵੀ ਜਦੋਂ ਅੰਤਿਮ ਕਰਨਾ ਸੀਗਾ, ਉਦੋਂ ਉਹ ਕਹਿੰਦੇ ਸਾਨੂੰ ਦੇ ਦਿਓ, ਕਹਿੰਦੇ ਸਾਨੂੰ ਦੇ ਦਿਓ ਗੁਰੂ ਨਾਨਕ ਦੇਵ ਜੀ, ਯੂ ਨੋ। ਸੋ ਇਟ ਜਸਟ ਲਾਈਕ ਕਿ ਮੈਂ ਕਿਸੇ ਜਗ੍ਹਾ ਤੇ ਜਾਨੀ ਆ, ਮੈਂ ਵਡਾਲੀ ਸ਼ਰੀਫ ਜਾ ਰਹੀ ਹਾਂ, ਹੈ ਨਾ, ਮੈਂ ਨਕੋਦਰ ਜਾ ਰਹੀ ਹਾਂ, ਉਸ ਜਗ੍ਹਾ ਦੀ ਕੋਈ ਮਹਾਨਤਾ ਹੋਊਗੀ ਤੇ ਮੈਂ ਜਾ ਰਹੀ ਹਾਂ, ਠੀਕ ਆ। ਮੈਂ ਵਡਾਲੀ ਸ਼ਰੀਫ ਜਾਨੀ ਆ, ਉੱਥੇ ਬਾਬਾ ਬੁੱਲੇ ਸ਼ਾਹ ਜੀ ਦਾ ਦਰਬਾਰ ਆ, ਉਹਨਾਂ ਦੇ ਨਾਮ ਤੇ ਉੱਥੇ ਸਟੇਸ਼ਨ ਵੀ ਬਣਿਆ ਆ ਲਾਗੇ ਪਿੰਡ 'ਚ, ਉੱਥੇ ਉਹਨਾਂ ਨੇ ਟ੍ਰੇਨ ਰੋਕੀ ਸੀਗੀ। ਦੇ ਸੋ ਮੈਨੀ, ਯੂ ਨੋ। ਜਿਵੇਂ ਸਿੱਖੀਜ਼ਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਇੰਨੀਆਂ ਸਾਰੀਆਂ ਆਪਾਂ ਸਾਖੀਆਂ ਸੁਣਦੇ ਹਾਂ ਪੁਰਾਣੇ ਟਾਈਮ ਦੀਆਂ, ਹੈ ਨਾ, ਵੀ ਆਪਾਂ ਸੁਣਦੇ ਹਾਂ ਗੋਲਡਨ ਟੈਂਪਲ ਦੇ ਵਿੱਚ ਅਸੀਂ ਦੁੱਖ ਭੰਜਵੀਂ ਬੇਰੀ ਦੇ ਥੱਲੇ ਜਾ ਕੇ ਇਸ਼ਨਾਨ ਕਰਦੇ ਹਾਂ ਤੇ ਸਾਡੇ ਦੁੱਖ ਦੂਰ ਹੋ ਜਾਂਦੇ ਆ। ਇਹ ਵੀ ਇੱਕ ਸਾਖੀ ਹੈ, ਪੁਰਾਣੇ ਸਾਡੇ ਬਜ਼ੁਰਗਾਂ ਨੇ ਦੱਸਿਆ, ਅਸੀਂ ਸੁਣਦੇ ਆ ਰਹੇ ਹਾਂ। ਅਸੀਂ ਇੱਕ ਬਲੀਵ ਦੇ ਨਾਲ ਇੱਕ ਗੋਲਡਨ ਟੈਂਪਲ ਮੱਥਾ ਟੇਕਦੇ ਹਾਂ, ਔਰ ਬਹੁਤ ਸਾਰੇ ਲੋਕੀ ਜਿਹੜੇ ਇੱਕ ਸ਼ਰਧਾ ਲੈ ਕੇ ਜਾਂਦੇ ਆ, ਕਈ ਅੰਨੇ ਹੁੰਦੇ, ਉਹਨਾਂ ਦੀ ਨਜ਼ਰ ਵਾਪਸ ਆ ਜਾਂਦੀ ਆ, ਹੈ ਨਾ। ਇਹ ਤੇ ਆਪੋ ਆਪਣਾ ਬਲੀਵ ਆ, ਤੁਸੀਂ ਕਿਤੇ ਵੀ ਜਾ ਸਕਦੇ ਹੋ। ਤੁਹਾਨੂੰ ਸੱਚਾ ਸਿੱਖ ਉਹੋ ਹੀ ਹੈ, ਸੱਚਾ ਬੰਦਾ ਉਹੋ ਹੀ ਹੈ, ਕੋਈ ਵੀ ਰਿਲੀਜਨ ਲੈ ਲਓ ਚਾਹੇ ਤੁਸੀਂ, ਜਿਹੜਾ ਇੱਕ ਦੂਜੇ ਦੀ ਰਿਸਪੈਕਟ ਕਰਦਾ ਆ, ਇੱਕ ਦੂਜੇ ਦੀ ਰਿਲੀਜਨ ਦੀ ਰਿਸਪੈਕਟ ਕਰਦਾ ਆ। ਮੈਂ ਤੇ ਇਹ ਕਿਹਾ ਹੀ ਨਹੀਂ ਕਿ ਮੈਨੂੰ ਕਹਿੰਦੇ ਵੀ ਫਿਰ ਤੁਸੀਂ ਸਿੱਖੀਜ਼ਮ ਛੱਡ ਦਿਓ। ਤੁਸੀਂ ਇਹ ਸੋਚੋ ਉਸ ਬੰਦੇ ਦੀ ਇਹ ਗੱਲ ਕਹਿਣ ਦੀ ਕੀ ਬਣਦੀ ਹੈ ਕਿ ਸਿੱਖੀਜ਼ਮ ਛੱਡ ਦਿਓ ਤੁਸੀਂ। ਕਿਉਂ? ਸਿੱਖ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੁਸੀਂ ਸਿੱਖ ਹੋ ਕੇ ਕਿਸੇ ਹੋਰ ਧਰਮ ਨੂੰ ਰਿਸਪੈਕਟ ਨਹੀਂ ਕਰ ਸਕਦੇ? ਅੱਜ ਦਰਬਾਰ ਸਾਹਿਬ ਦੇ 4 ਦਰਵਾਜ਼ੇ ਆ, ਉਹਦੇ ਵਿੱਚ ਹਿੰਦੂ ਵੀ ਆਉਂਦਾ, ਮੁਸਲਮਾਨ ਵੀ ਆਉਂਦਾ, ਸਾਰੇ ਆਉਂਦੇ ਆ। ਫਿਰ ਤੇ ਤੁਸੀਂ ਇਹ ਕਹਿ ਦਿਓ ਵੀ ਗੋਲਡਨ ਟੈਂਪਲ ਦੇ ਵਿੱਚ ਹੋਰ ਕੋਈ ਧਰਮ ਦਾ ਮੱਥਾ ਨਹੀਂ ਟੇਕ ਸਕਦਾ। ਦਿਸ ਇਜ਼ ਸਟੂਪਿਡਿਟੀ ਐਕਚੁਅਲੀ। ਇਹ ਮੈਨੂੰ ਬਹੁਤ ਗਲਤ ਲੱਗਾ। ਮੈਂ ਇਨ ਬਿਟਵੀਨ ਇੰਟਰਵਿਊ ਬੰਦ ਕਰ ਦਿੱਤੀ, ਬਿਕਾਜ਼ ਮੈਨੂੰ ਨਹੀਂ ਚੰਗਾ ਲੱਗਦਾ ਕਿ ਕੋਈ ਵੀ ਇਨਸਾਨ ਕਿਸੇ ਵੀ ਰਿਲੀਜਨ ਬਾਰੇ ਗਲਤ ਗੱਲ ਕਰੇ। ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਤੋਂ ਉੱਠ ਕੇ ਇੱਕ ਹਿਊਮਨ ਬੀਇੰਗ ਬਣਨਾ ਚਾਹੀਦਾ ਆ। ਮੈਂ ਤੇ ਆਪਣੇ ਸੋਸ਼ਲ ਹੈਂਡਲ ਤੇ ਵੀ ਲਿਖਿਆ ਆ, ਮਾਈ ਰਿਲੀਜਨ ਇਜ਼ ਹਿਊਮੈਨਿਟੀ, ਆਈ ਸਰਵ ਹਿਊਮੈਨਿਟੀ। ਔਰ ਮੈਨੂੰ ਜਿੱਥੇ ਚੰਗੀਆਂ ਗੱਲਾਂ ਲੱਗਦੀਆਂ ਲੋਕਾਂ ਦੀਆਂ, ਹੈ ਨਾ, ਵੀ ਮੈਂ ਕਿਸੇ ਦਾ ਕਦੀ ਮਾੜਾ ਨਹੀਂ ਕੀਤਾ। ਚੰਗਾ ਸੋਚੋ, ਚੰਗੀ ਸੋਚ ਰੱਖੋ, ਪੋਜ਼ਿਟਿਵਿਟੀ ਵਾਲੀਆਂ ਗੱਲਾਂ ਕਰੋ, ਆਪਣੇ ਕੰਮ ਵੱਲ ਧਿਆਨ ਦਿਓ, ਬਜਾਏ ਕਿ ਤੁਸੀਂ ਕਿਸੇ ਬਾਰੇ ਗਲਤ ਗੱਲਾਂ ਕਰਦੇ ਹੋ, ਗਲਤ ਚੀਜ਼ਾਂ ਕੱਢਦੇ ਹੋ। ਇਹ ਕੁਛ ਨੈਗੇਟਿਵ ਲੋਕਾਂ ਕਰਕੇ ਨਾ, ਜਿਹੜੇ ਰਿਲੀਜਨ ਦੇ ਉੱਤੇ ਇੱਕ ਮੁੱਦੇ ਚੁੱਕਦੇ ਆ, ਉਹਨਾਂ ਕਰਕੇ ਹੀ ਇਹ ਸਾਰੀਆਂ ਲੜਾਈਆਂ ਹੁੰਦੀਆਂ ਨੇ। ਅਦਰਵਾਈਜ਼ ਲੋਕਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਲੋਕੀ ਵਿਚਾਰੇ ਆਪਣੀ ਜ਼ਿੰਦਗੀ 'ਚ ਖੁਸ਼ ਆ ਔਰ ਸਾਰਿਆਂ ਦੀ ਰਿਸਪੈਕਟ ਕਰਦੇ ਆ। ਮੈਂ ਦਰਬਾਰ ਜਾਂਦੀ ਹਾਂ, ਉੱਥੇ ਸਿੱਖ ਵੀ ਆਉਂਦੇ ਆ, ਹਿੰਦੂ ਵੀ ਆਉਂਦੇ ਆ, ਸਾਰੇ ਜਾਣੇ ਆਉਂਦੇ। ਤੇ ਤੁਹਾਡੀ ਆਪਣੀ ਦਿਲ ਦੀ ਇੱਛਾ ਆ ਵੀ ਤੁਹਾਨੂੰ ਕਿੱਥੇ ਸ਼ਾਂਤੀ ਮਿਲਦੀ ਹੈ ਜਾ ਕੇ। ਮੈਂ ਤੇ ਦਰਬਾਰ ਸਾਹਿਬ ਵੀ ਮੱਥਾ ਟੇਕਦੀ ਹਾਂ, ਉੱਥੋਂ ਦੀ ਵੀ ਫੋਟੋ ਪਾਈ ਸੀ, ਉਹਦੇ ਬਾਰੇ ਤੇ ਨਹੀਂ ਕਿਸੇ ਨੇ ਵੀ ਕਮੈਂਟ ਕੀਤਾ, ਕਿਉਂਕਿ ਉਹਦੇ ਵਿੱਚ ਮਾਨ ਇੱਕ ਤੁਹਾਨੂੰ ਸਰਨੇਮ ਜਿਹੜਾ ਮਿਲਿਆ ਹੋਇਆ ਹੈ। ਉਹ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ। ਠੀਕ ਆ, ਜੇ ਮੈਂ ਸੋਨੀਆ ਮਾਨ ਹਾਂ ਤੇ ਇਹਦਾ ਕੋਈ ਮਤਲਬ ਨਹੀਂ ਬਣਦਾ ਵੀ ਮੈਂ ਜਾ ਕੇ ਗੋਲਡਨ ਟੈਂਪਲ ਹੀ ਮੱਥਾ ਟੇਕਣਾ ਆ, ਮੈਂ ਦਰਬਾਰ ਤੇ ਨਹੀਂ ਟੇਕ ਸਕਦੀ। ਮੈਂ ਤੇ ਅਜਮੇਰ ਸ਼ਰੀਫ ਹੀ ਜਾਂਦੀ ਹਾਂ। ਹੁਣ ਸ਼ਾਹਰੁਖ ਖਾਨ ਹੈ, ਸਲਮਾਨ ਖਾਨ ਹੈ, ਉਹ ਵੀ ਗੋਲਡਨ ਟੈਂਪਲ ਆ ਕੇ ਮੱਥਾ ਟੇਕਦੇ ਆ। ਹੁਣ ਸਲਮਾਨ ਹਮੇਸ਼ਾ ਗਣਪਤੀ ਦੇ ਉੱਤੇ, ਹੀ ਇਜ਼ ਮੁਸਲਿਮ ਰਾਈਟ, ਉਹ ਕਿਉਂ ਫਿਰ ਗਣਪਤੀ ਕਿਉਂ ਮਨਾਉਂਦੇ ਆ?
ਇਹ ਸਾਰੀਆਂ ਫालतू ਗੱਲਾਂ ਨੇ, ਇਹਨਾਂ ਲੋਕਾਂ ਦੀਆਂ ਗੱਲਾਂ। ਇਹਨਾਂ ਨੇ ਮੈਨੂੰ ਮੈਂਟਲੀ ਇੰਨਾ ਡਿਸਟਰਬ ਕੀਤਾ ਉਹ ਇੰਟਰਵਿਊ ਨੇ। ਉਸ ਦਿਨ ਮੈਂ ਲਾਈਕ ਕਾਫੀ ਹੱਦ ਤੱਕ ਲਾਈਕ ਮਤਲਬ ਡੀਪਲੀ ਡਿਪਰੈਸ਼ਨ 'ਚ ਚਲੀ ਗਈ। ਬਹੁਤ ਸਾਰੇ ਇਹੋ ਜਿਹੇ ਲੋਕੀ ਆ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਨੈਗੇਟਿਵਿਟੀ ਫੈਲਾ ਦਿੰਦੇ ਆ ਔਰ ਤੁਹਾਨੂੰ ਇੰਨਾ ਡਿਪਰੈਸ਼ਨ 'ਚ ਭੇਜ ਦਿੰਦੇ ਆ। ਮਤਲਬ ਮੈਂ ਸੋਚਣ 'ਤੇ ਮਜਬੂਰ ਹੋ ਗਈ ਕਿ ਮੈਂ ਕੁਛ ਗਲਤ ਤੇ ਕੀਤਾ ਨਹੀਂ। ਮੈਂ ਜਾਂ ਤੇ ਫਿਰ ਮੈਂ ਅਸ਼ਲੀਲ ਫੋਟੋਆਂ ਪਾਈਆਂ ਹੋਣ, ਮਤਲਬ ਸੋਨੀਆ ਮਾਨ ਦੇ ਪਿੱਛੇ ਤੁਸੀਂ ਕਿਉਂ ਪੈ ਗਏ ਜੋ ਵੀ, ਜਾਂ ਮੈਂ ਉਹੋ ਜਿਹਾ ਕੁਛ ਕੰਮ ਕਰ ਰਹੀ ਹੋਵਾਂ ਸਿੱਖੀਜ਼ਮ ਦੇ ਖਿਲਾਫ ਜਾ ਕੇ, ਤੁਸੀਂ ਦੂਜੀਆਂ ਕੁੜੀਆਂ ਨੂੰ ਕਿਉਂ ਨਹੀਂ ਵੇਖਦੇ? ਮੇਰੇ ਪਿੱਛੇ ਕਿਉਂ ਪਏ ਰਹਿੰਦੇ ਆ ਸਾਰੇ? ਦੈਟਸ ਵਾਟ ਆਈ ਥਿੰਕ। ਅੱਛਾ, ਇੱਕ ਮਤਲਬ ਤੁਹਾਡੇ ਤੋਂ ਪਹਿਲੇ ਵੀ ਜਿਨ੍ਹਾਂ ਨੇ ਸਾਡੀ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਨਾਮ ਹੈ ਜੋ ਡੇਰਿਆਂ ਤੇ ਮਤਲਬ ਜਾਂਦੇ ਹੈ ਨਾ, ਜਿਨ੍ਹਾਂ ਨੇ ਗੱਦੀ ਵੀ ਜਿਨ੍ਹਾਂ ਨੂੰ ਮਿਲੀ ਹੋਈ ਹੈ। ਨਹੀਂ ਗੱਦੀ ਨਹੀਂ ਮਿਲੀ, ਇਹ ਗਲਤ ਗੱਲ ਆ। ਇਹ ਨਾ ਸਾਰੇ ਲੋਕੀ ਇਹੀ ਸੋਚਦੇ ਆ ਕਿ ਗੁਰਦਾਸ ਮਾਨ ਜੀ ਨੂੰ ਨਕੋਦਰ ਦੀ ਗੱਦੀ ਮਿਲੀ ਹੈ। ਨਹੀਂ, ਉਸ ਗੱਦੀ ਦੇ ਉੱਤੇ ਕੋਈ ਨਹੀਂ ਬੈਠ ਸਕਦਾ। ਉਹ ਵੀ ਨਹੀਂ ਬੈਠਦੇ, ਉਹ ਵੀ ਨਹੀਂ ਬੈਠਦੇ। ਨਹੀਂ, ਗੱਦੀ ਉਹਨਾਂ ਨੂੰ ਮਿਲੀ ਨਹੀਂ ਹੈ। ਉਹਨਾਂ ਨੂੰ ਇੱਕ ਸਿਰਫ ਰਿਸਪੌਂਸਿਬਿਲਿਟੀ ਮਿਲੀ ਹੈ ਡੇਰੇ ਨੂੰ ਚਲਾਉਣ ਦੀ। ਇੱਕ ਇੱਕ ਫਾਈਨੈਂਸ਼ੀਅਲ ਚੀਜ਼ਾਂ ਹੁੰਦੀਆਂ ਆ, ਜਿਵੇਂ ਡੇਰੇ ਨੂੰ ਚਲਾਉਣਾ ਹੈ ਨਾ, ਜਿਸ ਤਰੀਕੇ ਦੇ ਨਾਲ ਡੋਨੇਸ਼ਨਸ ਆਉਂਦੀਆਂ ਨੇ ਜਾਂ ਕੁਛ ਵੀ ਹੈ ਨਾ, ਵੀ ਜੇ ਕੋਈ ਚੀਜ਼ ਚੱਲਦੀ, ਜਿਵੇਂ ਗੋਲਡਨ ਟੈਂਪਲ ਦੇ ਵਿੱਚ ਇੱਕ ਕਮੇਟੀ ਬਣੀ ਹੈ ਨਾ, ਕਮੇਟੀ ਨੂੰ ਕੋਈ ਹੈੱਡ ਕਰਦਾ ਹੋਊਗਾ, ਉਵੇਂ ਹੀ ਨਕੋਦਰ ਦਰਬਾਰ ਦੇ ਵਿੱਚ ਉਸ ਕਮੇਟੀ ਨੂੰ ਗੁਰਦਾਸ ਜੀ ਹੈੱਡ ਕਰਦੇ ਆ। ਬਾਕੀ ਪੀਰਾਂ ਫਕੀਰਾਂ ਦੀ ਗੱਦੀ ਦੇ ਉੱਤੇ ਬੈਠਣਾ ਕੋਈ ਈਜ਼ੀ ਗੱਲ ਨਹੀਂ, ਨਾ ਆਪਾਂ ਬਹਿ ਸਕਦੇ ਹਾਂ ਨਾ ਅਸੀਂ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੇ ਬਹੁਤ ਭਗਤੀ ਕੀਤੀ ਹੁੰਦੀ ਆ ਹੈ ਨਾ। ਉਹ ਕਿੰਨੇ ਮਹੀਨੇ ਭੋਰੇ ਦੇ ਵਿੱਚ ਰਹਿੰਦੇ ਆ, ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਪਹਿਲੀ ਗੱਲ ਤੇ ਆ, ਉਹ ਕਿਸੇ ਨਾਲ ਗੱਲ ਨਹੀਂ ਕਰਦੇ। ਜਿਸ ਗੱਦੀ ਦੇ ਬਾਰੇ ਇਹ ਗੱਲਾਂ ਕਰਦੇ, ਇਹਨਾਂ ਨੂੰ ਉਸ ਗੱਦੀ ਦੀ ਨੌਲੇਜ ਹੀ ਨਹੀਂ ਹੈਗੀ, ਇਹਨਾਂ ਨੂੰ ਚੀਜ਼ਾਂ ਦਾ ਹੀ ਨਹੀਂ ਪਤਾ ਹੈਗਾ। ਮੈਨੂੰ ਕਹਿੰਦੇ ਤੂੰ ਉੱਥੇ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠੀ ਆ। ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਜੇ ਮੈਂ ਉਹਨਾਂ ਦੇ ਪੈਰਾਂ 'ਚ ਬੈਠੀ, ਇਹਨਾਂ ਨੂੰ ਕੀ ਤਕਲੀਫ ਆ? ਮੈਂ ਆਪਣੇ ਘਰ ਆਪਣੀ ਦਾਦੀ ਮਾਂ ਦੇ ਪੈਰਾਂ 'ਚ ਵੀ ਬੈਠਦੀ ਸੀਗੀ। ਬਜ਼ੁਰਗਾਂ ਦੀ ਸੇਵਾ ਕਰਨੀ ਇਹ ਸਾਡੇ ਅੰਦਰੋਂ ਇੱਕ ਹੈਗਾ ਆ ਹੈ ਨਾ, ਵੀ ਮੈਂ ਉਹਨਾਂ ਨੂੰ ਰੱਖੜੀ ਬੰਨ੍ਹਦੀ ਆ। ਉਹ ਪੀਰ ਫਕੀਰ ਨੇ, ਮੈਨੂੰ ਚੰਗਾ ਲੱਗਦਾ ਮੈਂ ਉਹਨਾਂ ਦੀ ਸੇਵਾ ਕਰਾਂ ਜਾ ਕੇ। ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਆ ਵੀ ਕੋਈ ਸਿੱਖ ਹੋਊਗਾ ਤੇ ਮੈਂ ਉਹਦੇ ਹੀ ਸੇਵਾ ਕਰੂੰਗੀ ਜਾ ਕੇ। ਮੈਂ ਕਿਸੇ ਹਿੰਦੂ ਦੀ ਵੀ ਕਰ ਸਕਦੀ ਹਾਂ ਤੇ ਮੈਂ ਕਿਸੇ ਕ੍ਰਿਸਚਨ ਦੀ ਵੀ ਕਰ ਸਕਦੀ ਹਾਂ। ਮੇਰਾ ਜਿੱਥੇ ਜੀ ਕਰੂਗਾ ਮੈਂ ਉਹਦੀ ਕਰ ਸਕਦੀ ਹਾਂ। ਸੋ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ, ਮੈਂ ਟੈਰਰਿਜ਼ਮ ਤਾਂ ਨਹੀਂ ਫੈਲਾ ਰਹੀ, ਮੈਂ ਡਰੱਗਸ ਤਾਂ ਨਹੀਂ ਵੇਚ ਰਹੀ, ਔਰ ਜਾਂ ਫਿਰ ਮੈਂ ਕੋਈ ਅਸ਼ਲੀਲ ਫੋਟੋਆਂ ਪਾਉਂਦੀ ਹੋਵਾਂ। ਉਹਨਾਂ ਲੋਕਾਂ ਦੇ ਉੱਤੇ ਤੁਸੀਂ ਦੇਖਿਓ ਇੰਸਟਾ ਦੇ ਉੱਤੇ ਜਿਹੜੀ ਕੁੜੀ ਅੱਧ ਨੰਗੇ ਕੱਪੜੇ ਪਾਊਗੀ, ਉਹਦੇ ਉੱਤੇ ਲੋਕੀ ਇੰਨੇ ਕਮੈਂਟ ਇੰਨੇ ਲਾਈਕ। ਸੋਚੋ, ਇਹ ਤੇ ਸਾਡੀ ਪਬਲਿਕ ਦੀ ਥਿੰਕਿੰਗ ਆ। ਤੇ ਜਿਹੜੀ ਕੁੜੀ ਨੇ ਪਾਤੀ ਸੂਟ ਦੇ ਵਿੱਚ ਫੋਟੋ, ਨਾ ਉਹਦੇ ਲਾਈਕ ਆਉਂਦੇ ਆ ਨਾ ਉਹਦੇ ਕਮੈਂਟ ਆਉਂਦੇ ਆ। ਹੁਣ ਤੁਸੀਂ ਸੋਚੋ ਇਹਨਾਂ ਦਾ ਪਰਸੈਪਸ਼ਨ ਦੇਖੋ ਇਹਨਾਂ ਦਾ ਕੀ ਹੈ। ਅੱਛਾ, ਬਟ ਸੋਨੀਆ ਤੁਹਾਨੂੰ ਕੀ ਲੱਗਦਾ, ਮਤਲਬ ਜਦੋਂ ਵੀ ਕੋਈ ਖਾਸ ਕਰ ਜਦੋਂ ਕੋਈ ਸਟਾਰ ਹੈ ਨਾ, ਵੈਸੇ ਪਬਲਿਕ ਫਿਗਰ ਹੈ ਓਬਵੀਅਸਲੀ, ਇੱਕ ਹੈ ਨਾ ਕਿ ਤੁਹਾਨੂੰ ਜਿੱਦਾਂ ਤੁਹਾਡੀ ਆਪਣੀ ਪਰਸਨਲ ਲਾਈਫ ਹੈ, ਕਿਤੇ ਨਾ ਕਿਤੇ ਜਦੋਂ ਤੁਸੀਂ ਸਟਾਰ ਬਣ ਜਾਂਦੇ ਹੋ ਉਹ ਕਿਸੇ ਹੱਦ ਤੱਕ ਖਤਮ ਹੋ ਜਾਂਦੀ, ਕਿਉਂਕਿ ਤੁਸੀਂ ਕੁਝ ਵੀ ਕਰੋਗੇ ਲੋਕੀ ਸੋਚਦੇ ਹੈ ਕਿ ਇਹ ਸਾਡੀ ਪ੍ਰਾਪਰਟੀ ਬਣ ਚੁੱਕੀ ਹੈ, ਜੋ ਉਹਨਾਂ ਨੇ ਕਹਿਣਾ ਅਸੀਂ ਉੱਤੇ ਕਮੈਂਟ ਕਰਨਾ ਹੈ, ਰਾਈਟ। ਸੋ ਤੁਹਾਨੂੰ ਕਿਉਂ ਲੱਗਦਾ, ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਕੋਈ ਵੀ, ਜਿੱਦਾਂ ਤੁਸੀਂ ਹੁਣ ਤੁਹਾਡੀ ਆਪਣੀ ਪਰਸਨਲ ਚੋਇਸ ਹੈ, ਤੁਸੀਂ ਕਿਤੇ ਜਾਣਾ ਹੈ, ਤੁਸੀਂ ਉੱਥੇ ਬੈਠ ਕੇ ਸੇਵਾ ਕਰਨੀ ਹੈ, ਜਿਵੇਂ ਹੰਸ ਜੀ ਦਾ ਉਹਨਾਂ ਦਾ ਆਪਣਾ ਇੱਕ ਬਿਲਕੁਲ ਉਹਨਾਂ ਦੀ ਆਪਣੀ ਚੋਇਸ ਹੈ, ਗੁਰਦਾਸ ਮਾਨ ਸਾਹਿਬ ਦੀ ਆਪਣੀ ਚੋਇਸ ਹੈ, ਤੇ ਜਦੋਂ ਇਦਾਂ ਦੀ ਕੋਈ ਚੀਜ਼ਾਂ ਹੁੰਦੀਆਂ ਟਾਰਗੇਟ ਕਿਉਂ ਕੀਤਾ ਜਾਂਦਾ ਹੈ? ਪਤਾ ਨਹੀਂ ਕਿਉਂ ਕੀਤਾ ਜਾਂਦਾ ਹੈ। ਮੈਂ ਤੇ ਹੈਰਾਨ ਆ। ਰੇਡੀਓ FM ਤੇ ਇੱਕ ਕੋਈ ਸੀਗੇ, ਉਹ ਕੋਈ ਉੱਥੋਂ ਦੇ ਕੈਨੇਡਾ ਦੇ, ਉਹ ਕਹਿੰਦੇ ਕਿ ਅਸੀਂ ਸੋਨੀਆ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਜਾਏ ਭਾਵੇਂ, ਪਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਅਪਲੋਡ ਨਾ ਕਰੇ, ਕਿਉਂਕਿ ਸਾਡੇ ਬੱਚਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ। ਸੀਰੀਅਸਲੀ ਕੈਨ ਯੂ ਬਲੀਵ ਦਿਸ? ਮਤਲਬ ਆਈ ਐਮ ਦੈਟ ਮੈਂ ਇੰਨੀ ਇਨਫਲੂਐਂਸ਼ੀਅਲ ਹਾਂ ਕਿ ਸਾਰੇ ਜਿੰਨਾ ਯੂਥ ਆ ਕਿ ਮੇਰੇ ਤੋਂ ਹੀ ਸਿੱਖਿਆ ਲੈ ਰਿਹਾ ਹੈ, ਔਰ ਮੈਂ ਜੋ ਕਰ ਰਹੀ ਹਾਂ ਉਹੀ ਹੀ ਕਰ ਰਹੇ ਨੇ। ਮਤਲਬ ਇਟਸ ਜਸਟ ਮੈਨੂੰ ਲੱਗਾ ਵੀ ਸ਼ਾਇਦ ਮੈਂ ਜੇ ਆ ਪਾਉਂਦੀ, ਅੱਛਾ ਜੇ ਸੋਨੀਆ ਮਾਨ ਸੂਟ ਪਾਉਂਦੀ ਹੈ ਤੇ ਫਿਰ ਤੁਸੀਂ ਵੀ ਸੂਟ ਪਾਉਂਦੇ ਹੋ। ਜੇ ਸੋਨੀਆ ਮਾਨ ਸੋਸ਼ਲ ਵਰਕ ਕਰ ਰਹੀ ਹੈ, ਜਾ ਕੇ 4 ਚੀਜ਼ਾਂ ਕਰ ਰਹੀ ਹੈ, ਫਿਰ ਤੁਸੀਂ ਉਹ ਵੀ ਤੇ ਵੇਖੋ ਨਾ, ਉਹ ਵੀ ਕਰੋ ਜਾ ਕੇ। ਫਿਰ ਤੁਸੀਂ ਇਹ ਗੱਲਾਂ ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਉਹ ਬੀਬੀਆਂ ਜਾ ਕੇ ਵੀ ਜਿਹੜੀਆਂ ਨੰਗੀਆਂ ਫੋਟੋਆਂ ਪਾਉਂਦੇ ਆ ਜਾਂ ਗਲਤ ਕੰਮ ਕਰ ਰਹੇ ਆ, ਕਹੋ ਵੀ ਇਹੋ ਜਿਹੀਆਂ ਫਿਲਮਾਂ ਵੀ ਬੰਦ ਕਰੋ ਬਈ, ਇਹੋ ਜਿਹੀਆਂ ਫਿਲਮਾਂ ਆਉਣੀਆਂ ਹੀ ਨਹੀਂ ਚਾਹੀਦੀਆਂ। ਮੇਰੇ ਪਿੱਛੇ ਪੈ ਗਏ ਹੱਥ ਧੋ ਕੇ। ਫਿਰ ਮੈਨੂੰ ਕੋਈ ਪਰਵਾਹ ਨਹੀਂ, ਮੈਂ ਕਿਹਾ ਮੈਂ ਤੇ ਪਾਊਂਗੀ, ਮੈਨੂੰ ਜਿੱਥੇ ਸ਼ਾਂਤੀ ਮਿਲਦੀ। ਮੈਂ ਕਿਹਾ ਮੇਰੀ ਇੱਕ ਗੱਲ ਸੁਣੋ, ਉਸ ਡੇਰੇ ਤੇ, ਨਕੋਦਰ ਵਾਲੇ ਡੇਰੇ ਤੇ, ਵਡਾਲੀ ਸ਼ਰੀਫ ਤੇ ਕੈਪਟਨ ਸਰ ਗਏ, ਬਾਦਲ ਸਰ ਗਏ, ਰਵਨੀਤ ਸਰ ਗਏ, ਰਵਨੀਤ ਬਿੱਟੂ। ਕਿਹੜਾ ਉੱਥੇ ਸਾਡੇ ਪੰਜਾਬ ਦੇ ਜਿੰਨੇ ਵੱਡੇ ਲੀਡਰ ਨੇ ਸਾਰੇ ਉਸ ਡੇਰੇ ਤੇ ਮੱਥਾ ਟੇਕ ਕੇ ਆਏ ਨੇ, ਸਾਰੇ ਜਾਣਦੇ ਨੇ। ਇਹ ਲੋਕੀ
ਉਹਨਾਂ ਨੂੰ ਵੀ ਕੁਐਸਚਨ ਕਰਨ ਉਹ ਕਿਉਂ ਗਏ ਉੱਥੇ ਮੱਥਾ ਟੇਕਣ ਵਾਸਤੇ। ਇਹਦਾ ਮਤਲਬ ਉਸ ਡੇਰੇ ਦੀ ਮਹਾਨਤਾ ਆ ਤਦ ਗਏ। ਜੇ ਅੱਜ ਸੋਨੀਆ ਮਾਨ ਗਈ ਇੱਥੇ ਕੁਐਸਚਨ ਆਇਆ ਕਿਉਂਕਿ ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਅਪਲੋਡ ਕੀਤੀ। ਕਿਉਂਕਿ ਮੇਰੇ ਦਿਲ 'ਚ ਕੋਈ ਚੋਰ ਨਹੀਂ, ਮੈਨੂੰ ਜਿੱਥੋਂ ਜੋ ਮਿਲਦਾ ਆ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਤਾਂ ਦੱਸੂਗੀ ਕਿ ਮੈਨੂੰ ਇੱਥੋਂ ਸ਼ਾਂਤੀ ਮਿਲਦੀ ਆ, ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਇੱਥੇ ਪੋਜ਼ਿਟਿਵਿਟੀ ਆਈ, ਮੈਂ ਤਾਂ ਦੱਸੂਗੀ। ਪਰ ਜੇ ਅਗਲੇ ਲੋਕੀ ਬੜਾ ਕੁਛ ਲੈਣ ਦੇ ਬਾਵਜੂਦ ਵੀ ਨਹੀਂ ਦੱਸਦੇ, ਨਹੀਂ ਦੱਸਣਾ ਚਾਹੁੰਦੇ ਬਿਕਾਜ਼ ਆਫ देयर ਇਮੇਜ, ਤੇ ਫਿਰ ਨਾ ਦੱਸਣ, ਮੈਂ ਤਾਂ ਦੱਸੂਗੀ। ਤੁਹਾਨੂੰ ਨਹੀਂ ਪਰਵਾਹ ਜਿੱਦਾਂ ਹਰ ਕਿਸੇ ਨੂੰ ਹੈ ਕਿ ਹਾਂ ਮੈਂ ਇਮੇਜ ਬਣਾਈ ਹੋਈ ਹੈ ਤੇ ਉਹ ਤੇ ਮੈਨੂੰ ਇਹ ਲੱਗਦਾ ਵੀ ਇਨਸਾਨ ਕੱਲਾ ਆਇਆ ਕੱਲਾ ਚਲੇ ਜਾਂਦਾ। ਅੱਜ ਆਪਾਂ ਬੈਠੇ ਗੱਲਾਂ ਕਰ ਰਹੇ ਹਾਂ 2 ਘੜੀ ਹਨਾ, ਕੱਲ ਆਪਾਂ ਹੈਗੇ ਨਹੀਂ ਹੈਗੇ। ਮੈਨੂੰ ਇਹ ਲੱਗਦਾ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਸੱਚਾਈ ਰੱਖੋ, ਸੱਚ ਦੇ ਉੱਤੇ ਚੱਲੋ। ਨਾ ਤੇ ਕਿਸੇ ਨੇ ਆਪਣੇ ਨਾਲ ਇਹ ਘਰ ਲੈ ਜਾਣਾ, ਨਾ ਕੁਛ ਲੈ ਜਾਣਾ। ਲੈ ਕੇ ਜਾਣਾ ਐਂਡ ਆਫ ਦਾ ਡੇ ਆਪਣੇ ਕਰਮ ਲੈ ਕੇ ਜਾਣੇ ਆ। ਜਿੰਨੇ ਤੁਸੀਂ ਚੰਗੇ ਕਰਮ ਕਰ ਜਾਓਗੇ, ਜਿੰਨਾ ਤੁਸੀਂ ਆਪਣੀ ਇਮੇਜ ਕੀ ਤੁਸੀਂ ਝੂਠੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਝੂਠ ਦੇ ਉੱਤੇ ਬਣਾਈ ਹੋਈ ਇਮੇਜ ਨੂੰ ਕੀ ਫਾਇਦਾ? ਤੁਸੀਂ 4 ਬੰਦਿਆਂ ਦੇ ਸਾਹਮਣੇ ਵਾਹ 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 ਇਹ ਲੋਕਾਂ ਦੇ ਸਾਹਮਣੇ ਖੱਟ ਲੋਗੇ, ਪਰ ਉਹ ਉੱਤੇ ਵਾਲੇ ਦੀ ਨਜ਼ਰਾਂ ਦੇ ਵਿੱਚ ਚੰਗੇ ਬਣਨਾ ਜ਼ਰੂਰੀ ਆ। ਬਜਾਏ ਕਿ ਮੈਨੂੰ ਲੱਗਦਾ ਹੈ ਵੀ ਇਹ ਲੋਕਾਂ ਦੇ ਸਾਹਮਣੇ ਮੈਂ ਸੋਨੀਆ ਮਾਨ ਨੂੰ ਗਾਲਾਂ ਕੱਢਣੀਆਂ ਕੱਢ ਲੈਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰਾ ਉੱਤੇ ਵਾਲਾ ਖੁਸ਼ ਆ ਨਾ, ਜਿੱਥੇ ਮੈਂ ਰੋਜ਼ ਪਾਠ ਕਰਦੀ ਹਾਂ, ਮੈਨੂੰ ਬਾਕੀਆਂ ਨੂੰ ਖੁਸ਼ ਕਰਨ ਦੀ ਲੋੜ ਹੀ ਨਹੀਂ। ਦੈਟਸ ਵਾਟ ਆਈ ਥਿੰਕ। ਓਸ਼ੋ ਪੜਨ ਤਾਂ ਨਹੀਂ ਕਿਸੇ ਨੇ ਸਵਾਲ ਕੀਤੇ ਫਿਰ ਕਿ ਓਸ਼ੋ ਨੂੰ ਕਿਉਂ ਪੜ ਲਿਆ ਸੋਨੀਆ ਨੇ? ਸੀ ਓਸ਼ੋ ਦੀ ਜਿਹੜੀਆਂ ਕਈ ਫਿਲਾਸਫੀਜ਼ ਨੇ, ਕਈ ਗੱਲਾਂ ਨੇ, ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹਨਾ। ਵੀ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲਿਟੀ ਨੂੰ ਓਸ਼ੋ ਦੀਆਂ ਗੱਲਾਂ ਵਾਸਤੇ ਬਹੁਤ ਹੀ ਮਤਲਬ ਵਧੀਆ ਮੰਨਿਆ ਜਾਂਦਾ। ਮੈਨੂੰ ਉਹਨਾਂ ਦੇ ਵਿਚਾਰ ਚੰਗੇ ਲੱਗਦੇ ਨੇ ਹਨਾ। ਵੀ ਮੈਂ ਪੜ੍ਹਦੀ ਹਾਂ ਉਹਨਾਂ ਨੂੰ, ਮੈਂ ਸੁਣਦੀ ਵੀ ਹਾਂ, ਕਈ ਵਾਰੀ ਮੈਂ ਮੈਡੀਟੇਸ਼ਨ ਕਰਦੀ ਹਾਂ ਤੇ ਮੈਨੂੰ ਉਹਨਾਂ ਦੀ ਜਿਹੜੀ ਆਵਾਜ਼ ਆ ਓਸ਼ੋ ਦੀ ਵੈਰੀ ਸੂਦਿੰਗ, ਮਤਲਬ ਤੁਹਾਨੂੰ ਕਾਮਨੈਸ ਦਿੰਦੀ ਆ। ਬਹੁਤ ਸਾਰੀਆਂ ਚੀਜ਼ਾਂ ਆ ਓਸ਼ੋ ਦੀਆਂ ਮੈਂ ਕੁਝ ਪੜ੍ਹ ਰਹੀ ਸੀਗੀ ਜਿਹੜੀਆਂ ਕਿ ਪ੍ਰੈਕਟੀਕਲੀ ਸਾਇੰਟੀਫਿਕ ਤਰੀਕੇ ਦੇ ਨਾਲ ਵੀ ਵਧੀਆ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਕਿ ਕੁਝ ਦਿਨਾਂ ਵਾਸਤੇ ਤੁਸੀਂ ਅਗਰ ਆਪਣੀ ਲਾਈਫ ਦੇ ਵਿੱਚ ਆਪਣੀ ਸਭ ਤੋਂ ਜ਼ਿਆਦਾ એનર્ਜੀ ਯੂਜ਼ ਹੁੰਦੀ ਹੈ ਆਪਣੀਆਂ ਅੱਖਾਂ ਦੇ ਦੇਖਣ ਤੇ, ਕੰਨਾਂ ਦੇ ਸੁਣਨ ਤੇ, ਬੋਲਣ ਤੇ। ਜੇ ਤੁਸੀਂ ਕੁਝ ਦਿਨ ਵਾਸਤੇ ਆਪਣੇ ਆਪ ਨੂੰ 5 ਦਿਨਾਂ ਵਾਸਤੇ ਬੰਦ ਕਰ ਦਿੰਦੇ ਹੋ, ਨਹੀਂ ਸੁਣਦੇ ਕੁਝ ਵੀ, ਨਹੀਂ ਦੇਖਦੇ ਕੁਝ ਵੀ, ਔਰ ਘੱਟ ਖਾਂਦੇ ਹੋ, ਘੱਟ ਬੋਲਦੇ ਹੀ ਨਹੀਂ, ਤੁਸੀਂ ਆਪਣੀ એનર્ਜੀਜ਼ ਨੂੰ ਸੇਵ ਕਰਦੇ ਹੋ। ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ, ਤੁਸੀਂ ਉਸ ਪੀਰੀਅਡ ਆਫ ਮੈਡੀਟੇਸ਼ਨ ਤੋਂ ਬਾਅਦ ਤੁਸੀਂ ਬਾਹਰ ਨਿਕਲ ਕੇ ਦੇਖਦੇ ਹੋ, ਤੁਹਾਡੀ ਜ਼ਿੰਦਗੀ ਚੇਂਜ ਹੁੰਦੀ ਹੈ ਟੋਟਲੀ। ਸੋ ਮੈਂ ਆ ਸਾਰੀਆਂ ਚੀਜ਼ਾਂ ਕਰਦੀ ਵੀ ਹਾਂ। ਕਰਦੇ ਹੋ? ਹਾਂ, ਮੈਂ ਕਰਦੀ ਹਾਂ ਔਰ ਮੈਂ ਦੇਖਦੀ ਹਾਂ। ਇਸ ਕਰਕੇ ਮੇਰਾ ਦੁਨੀਆ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਨਾ, ਉਹ ਚੇਂਜ ਹੋਇਆ ਆ। ਮੈਨੂੰ ਕਿਸੇ ਨੂੰ ਇੰਪ੍ਰੈਸ ਨਹੀਂ ਕਰਨਾ, ਮੈਨੂੰ ਨਾ ਕਿਸੇ ਨੂੰ ਇੰਪ੍ਰੈਸ ਨਹੀਂ ਕਰਨਾ, ਦੁਨੀਆ ਨੂੰ ਝੂਠ ਨਹੀਂ ਬੋਲਣਾ। ਜੇ ਕਿਸੇ ਨੂੰ ਲੱਗਦਾ ਮੈਂ ਗਲਤ ਕੰਮ ਕਰ ਰਹੀ ਹਾਂ, ਲੱਗਦਾ ਰਵੇ। ਮੈਨੂੰ ਇਹ ਲੱਗਦਾ ਮੈਂ ਐਂਡ ਆਫ ਦਾ ਡੇ ਆਪਣੇ ਪਰਮਾਤਮਾ ਨੂੰ ਮੂੰਹ ਦਿਖਾਣਾ ਆ। ਹੋਰ ਮੈਨੂੰ ਕਿਸੇ ਤੋਂ ਕੋਈ ਡਰ ਨਹੀਂ ਹੈਗਾ। ਜਿੰਨੇ ਗਾਲਾਂ ਕੱਢਣੀਆਂ ਕੱਢੀ ਜਾਵੇ, ਕਿਉਂਕਿ ਮਰਨ ਤੋਂ ਬਾਅਦ ਇਹ ਤੇ ਮੇਰੇ ਨਾਲ ਜਾਣ ਨਹੀਂ ਵਾਲੇ, ਮੇਰੇ ਕਰਮ ਹੀ ਜਾਣੇ ਆ ਨਾਲ। ਦੈਟਸ ਇਟ, ਦੈਟਸ ਵਾਟ ਆਈ ਥਿੰਕ। ਕਿਉਂਕਿ ਸੋਨੀਆ मतलब बहुत एक हार्ड टू बिलीव है ये चीज़ और बहुत मतलब अलग चीज़ लगती है कि सोनिया जिथे मतलब इस इंडस्ट्री ਵਿੱਚ ਹੈ ਜਿੱਥੇ ਲੋਕਾਂ ਕੋਲ ਮੈਨੂੰ ਲੱਗਦਾ ਨਹੀਂ ਕਿ ਟਾਈਮ ਵੀ ਹੋਊਗਾ ਕਿਤੇ ਕਿ ਅਸੀਂ ਜਾ ਕੇ ਕਿਤੇ ਘਰ ਬੈਠੇ ਕਿਤੇ ਮੱਥਾ ਟੇਕ ਲਈ। ਹਾਲਾਂਕਿ ਬਹੁਤ ਸਾਰੇ ਲੋਕੀ ਚਲੋ ਬਹੁਤ ਸਾਰੇ ਆਰਟਿਸਟ ਹੈਗੇ ਆ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਸਵੇਰੇ ਉੱਠ ਕੇ, ਜਿੱਥੇ ਵੀ ਉਹਨਾਂ ਨੇ ਜਾਣਾ ਹੁੰਦਾ ਜਾਂਦੇ ਆ। ਬਟ ਇੰਨੀ ਸਪੈਸ਼ਲਿਟੀ ਕਿੱਥੋਂ ਹੈ ਸੋਨੀਆ ਦੇ ਵਿੱਚ? ਕਦੋਂ ਤੋਂ ਹੈ ਨਾਲ? ਮੈਨੂੰ ਬਚਪਨ ਤੋਂ ਹੀ ਹੈ। ਬਚਪਨ ਤੋਂ ਮੇਰੇ ਤਾਈ ਜੀ ਮੈਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਸੀਗੇ, ਮੈਨੂੰ ਸਾਖੀਆਂ ਸੁਣਾਉਂਦੇ ਹੁੰਦੇ ਸੀਗੇ ਗੁਰੂ ਨਾਨਕ ਦੇਵ ਜੀ, ਡਿਫਰੈਂਟ ਗੁਰੂਆਂ ਦੀਆਂ। ਮੇਰੇ ਦਾਦੀ ਮਾਂ ਵੀ ਜਿਵੇਂ ਬਹੁਤ ਹੀ ਜ਼ਿਆਦਾ ਰਿਲੀਜੀਅਸ ਸੀਗੇ, ਉਹ ਵੀ ਮੈਨੂੰ ਗੋਲਡਨ ਟੈਂਪਲ ਲੈ ਕੇ ਜਾਂਦੇ ਸੀਗੇ। ਮੈਨੂੰ ਗੁਰੂਆਂ ਦੀਆਂ ਕਹਾਣੀਆਂ, ਮੈਂ ਰਾਤ ਨੂੰ ਜਦੋਂ ਬੱਚਾ ਸੌਂਦਾ ਹੈ ਨਾ ਤੇ ਕੋਈ ਕਹਾਣੀ ਸੁਣ ਕੇ ਸੌਂਦਾ ਹੈ, ਤੇ ਮੇਰੇ ਕਦੀ ਕਿਸੇ ਗੁਰੂ ਅਰਜਨ ਦੇਵ ਜੀ ਦੀ ਸੁਣਾਤੀ, ਗੁਰੂ ਨਾਨਕ ਦੇਵ ਜੀ ਦੀ ਕਹਾਣੀ ਸੁਣਾਤੀ। ਅੱਛਾ, ਉਹ ਇੱਥੋਂ ਤੁਰੇ ਸੀਗੇ, ਉਹਨਾਂ ਨੇ ਆਹ ਕੀਤਾ, ਡਿਫਰੈਂਟ ਕਹਾਣੀਆਂ ਮੈਨੂੰ ਰਾਤ ਨੂੰ ਸੁਣਾ ਕੇ ਸਵਾਉਂਦੇ ਸੀਗੇ। ਸੋ ਜਦੋਂ ਮੈਂ ਬਚਪਨ ਤੋਂ ਹੀ ਆਪਣੇ ਗੁਰੂਆਂ ਦੀਆਂ ਕਹਾਣੀਆਂ ਸੁਣਦੀ ਆਈ ਹਾਂ, ਉਹੀ ਸੁਣਦੀ ਸੀਗੀ, ਉਹੀ ਗੁਰਦੁਆਰੇ 'ਚ ਜਾਂਦੀ ਸੀਗੀ। ਫਿਰ ਮੈਨੂੰ ਹਮੇਸ਼ਾ ਜਦੋਂ ਛੁੱਟੀਆਂ ਹੁੰਦੀਆਂ ਸੀਗੀਆਂ, ਮੈਨੂੰ ਹੁੰਦਾ ਸੀਗਾ ਆਪਾਂ ਕਿਹੜੇ ਵਾਲੇ ਗੁਰਦੁਆਰਾ ਸਾਹਿਬ ਜਾਵਾਂਗੇ ਇਸ ਵਾਰੀ। ਮੇਰੇ ਦਾਦੀ ਮਾਂ ਦੇ ਨਾਲ ਜਿਹੜੀ ਤੁਸੀਂ ਮੈਨੂੰ ਕਹਾਣੀ ਸੁਣਾਈ ਸੀਗੀ, ਆਪਾਂ ਉੱਥੇ ਜਾਵਾਂਗੇ। ਸੋ ਮੇਰੇ ਇਹ ਕੁਐਸਚਨਸ ਹੁੰਦੇ ਸੀਗੇ। ਮੇਰੇ ਇੱਕ ਬੱਚਾ ਕੁਐਸਚਨਸ ਕਰਦਾ ਨਾ ਵੀ ਅਸੀਂ ਉਦੋਂ ਉੱਥੇ ਕਿੱਥੇ ਜਾਵਾਂਗੇ, ਅਸੀਂ ਹਜੂਰ ਸਾਹਿਬ ਕਦੋਂ ਜਾਵਾਂਗੇ ਦਾਦੀ ਮਾਂ। ਸੋ ਮੇਰੇ ਇਹ ਕੁਐਸਚਨਸ ਹੁੰਦੇ ਸੀਗੇ। ਅਤੇ ਸਾਡੀ ਜਿਹੜੀ ਹੌਲੀਡੇ ਟ੍ਰਿਪ ਹੁੰਦੀ ਸੀਗੀ, ਅਸੀਂ ਡਿਫਰੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਸੀਗੇ, ਔਰ ਉੱਥੇ ਮੇਰੀ ਦਾਦੀ ਮਾਂ ਦੇ ਨਾਲ, ਮੇਰੀ ਤਾਈ ਮਾਂ ਦੇ ਨਾਲ ਦੇ ਵਰ ਵੈਰੀ ਰਿਲੀਜੀਅਸ। ਔਰ ਉੱਥੇ ਜਾ ਕੇ ਮੈਂ ਜਾਣਾ, ਫਿਰ ਮੈਂ ਛੋਟੇ ਉਹ ਜਿਹੜੇ ਬਾਹਰ ਦੁਕਾਨਾਂ ਹੁੰਦੀਆਂ ਉੱਥੇ ਖੇਡਣ ਵਾਲੇ ਬਰਤਨ ਖਰੀਦਣੇ, ਇੱਕ ਸ਼ੌਕ ਸੀਗਾ। ਸੋ ਮੇਰਾ ਬਚਪਨ ਇਸੇ ਤਰੀਕੇ ਦੇ ਨਾਲ ਨਿਕਲਿਆ ਹੈ ਨਾ, ਅਤੇ ਇਸੇ ਕਰਕੇ ਆਈ ਥਿੰਕ ਸੋ ਕਿ ਮੈਂ ਇੰਨੀ ਜ਼ਿਆਦਾ ਰਿਲੀਜੀਅਸ ਹੋ ਗਈ।
ਤੇ ਨਾਲ ਪਰਵਾਹ ਨਹੀਂ ਮਾਰਦੀ ਸੋਨੀਆ ਕਿ ਜਿਹਨੇ ਜੋ ਬੋਲਣਾ ਉਹ ਬੋਲੇ। ਜਿੰਨੇ ਜੋ ਸਹੀ ਗੱਲ ਆ, ਜਿੰਨੇ ਜੋ ਬੋਲਣਾ ਆ ਉਹ ਬੋਲਦਾ ਰਵੇ, ਜਿੰਨੇ ਜੋ ਸੋਚਣਾ ਆ ਉਹ ਸੋਚਦਾ ਰਵੇ, ਹਨਾ। ਮੈਨੂੰ ਬਹੁਤ ਸਾਰੇ ਕਮੈਂਟਸ ਆਉਂਦੇ ਆ ਮੇਰੇ ਸੋਸ਼ਲ ਮੀਡੀਆ ਤੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਠੀਕ ਆ, ਮੈਂ ਉਹ ਗ੍ਰੰਥ ਨੂੰ ਮੰਨਦੀ ਆ, ਮੈਂ ਬਚਪਨ ਤੋਂ ਹੀ ਮੰਨਦੀ ਆ ਰਹੀ ਹਾਂ। ਉਹ ਗ੍ਰੰਥ ਦੇ ਵਿੱਚ ਜੋ ਜੋ ਲਿਖਿਆ ਫਿਰ ਉਹ ਵੀ ਸਾਰਾ ਕੁਝ ਮੰਨੋ। ਉਹਦੇ ਵਿੱਚ ਲਿਖਿਆ ਹੈ ਵੀ ਤੁਸੀਂ ਕਦੀ ਕਿਸੇ ਦਾ ਬੁਰਾ ਨਾ ਸੋਚੋ, ਨਾ ਗਾਲ ਕੱਢੋ, ਮੰਦੇ ਬੋਲ ਮੂੰਹ ਚੋਂ ਨਾ ਕੱਢੋ, ਠੀਕ ਹੈ, ਪੋਜ਼ਿਟਿਵ ਰਹੋ। ਜੇ ਮੈਂ ਸਵੇਰੇ ਚੁਪਈ ਸਾਹਿਬ ਦਾ ਪਾਠ ਕਰਦੀ ਹਾਂ ਉਹਦੇ ਵਿੱਚ ਵੀ, ਬਾਣੀ ਦੇ ਵਿੱਚ ਵੀ ਪੋਜ਼ਿਟਿਵਿਟੀ ਆ। ਉਹ ਮੈਂ ਕਿਉਂ ਕਰਦੀ ਹਾਂ? ਮੈਂ ਇਸੇ ਕਰਕੇ ਕਰਦੀ ਹਾਂ ਤਾਂ ਕਿ ਮੈਂ ਆਪਣੇ ਆਪਣਾ ਔਰਾ ਕਲੀਨਸ ਕਰਾਂ, ਮੈਂ ਆਪਣੀ ਪੋਜ਼ਿਟਿਵਿਟੀ ਅਟਰੈਕਟ ਕਰਾਂ, ਹੈ ਨਾ। ਮੈਂ ਇਸ ਕਰਕੇ ਕਰਦੀ ਹਾਂ। ਮੈਂ ਇਹਨਾਂ ਲੋਕਾਂ ਨੂੰ ਵਿਖਾਉਣ ਵਾਸਤੇ ਥੋੜ੍ਹਾ ਨਾ ਪਾਠ ਕਰਦੀ ਹਾਂ, ਜਾਂ ਮੈਂ ਲੋਕਾਂ ਨੂੰ ਵਿਖਾਉਣ ਵਾਸਤੇ ਮੈਂ ਉੱਥੇ ਹੁਣ ਮੈਂ ਗੋਲਡਨ ਟੈਂਪਲ ਦੀਆਂ ਜਿੱਥੇ ਮੈਂ ਜਾਊਂਗੀ ਉੱਥੇ ਮੈਂ ਪਾਊਂਗੀ। ਦੈਟਸ ਇਟ। ਜਿੰਨੇ ਜੋ ਸੋਚਣਾ ਸੋਚ ਲੈ। ਓਕੇ, ਸੋ ਹਰਭਜਨ ਮਾਨ ਜੀ ਨਾਲ ਤੁਸੀਂ ਹੁਣੇ ਤੁਹਾਡਾ Song ਰਿਲੀਜ਼ ਹੋਇਆ ਗਮ ਤੇਰੇ। ਹਾਂ, ਗਮ ਤੇਰੇ। ਸੋ ਹਾਨੀ ਤੋਂ ਬਾਅਦ ਮੈਨੂੰ ਲੱਗਦਾ ਹੁਣ ਤੁਸੀਂ ਇਕੱਠਿਆਂ ਨੇ ਕੰਮ ਕੀਤਾ, ਇਸ ਤੋਂ ਪਹਿਲੇ ਵੀ ਵਿੱਚ ਇੱਕ ਹਾਨੀ Song ਤੋਂ ਕੀਤਾ ਬਾਅਦ ਕੀਤਾ ਸੀਗਾ ਹੁਸਨ ਦੀ ਕਲੀ ਗਾਣਾ ਹੁਸਨ ਦੀ ਕੀਤਾ। ਕਲੀ, ਰਾਈਟ। ਸੋ ਕਿੰਨਾ ਮਜ਼ਾ ਆਉਂਦਾ ਉਹਨਾਂ ਨਾਲ ਕੰਮ ਕਰਨ ਦਾ, ਔਰ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਹੈ ਹਮੇਸ਼ਾ? ਹੀ ਇਜ਼ ਲਾਈਕ ਅ ਫੈਮਿਲੀ, ਯੂ ਨੋ। ਉਹਨਾਂ ਨਾਲ ਬਹੁਤ ਮਜ਼ਾ ਆਉਂਦਾ ਆ ਕੰਮ ਕਰਕੇ, ਐਂਡ ਉਹਨਾਂ ਨੇ ਹਮੇਸ਼ਾ ਮੈਨੂੰ ਇੱਕ ਘਰ ਦਾ ਮੈਂਬਰ ਸਮਝਿਆ ਆ। ਔਰ ਬਸ ਮੈਨੂੰ ਕਹਿ ਦਿੰਦੇ ਆ ਕਿ ਸੋਨੀਆ ਗਾਣਾ ਸ਼ੂਟ ਕਰਨਾ ਆ ਜਾ, ਤੇ ਮੈਂ ਚਲੇ ਜਾਂਦੀ ਹਾਂ। ਔਰ ਹੁਣ ਮੈਂ ਉਹਨਾਂ ਨੂੰ ਕੈਮਰੇ 'ਚ ਦੇਖ ਕੇ ਕਹਿ ਰਹੀ ਸੀ ਕਿ ਮੈਂ ਕਿਹਾ ਤੁਸੀਂ ਤੇ ਹਜੇ ਵੀ ਯੰਗ ਉਹੋ ਜਿਹੇ ਦੇ ਉਹੋ ਜਿਹੇ ਲੱਗਦੇ ਹੋ। ਬਿਲਕੁਲ ਬਿਲਕੁਲ। ਮੈਂ ਕਿਹਾ ਬਿਲਕੁਲ ਚੇਂਜ ਹੀ ਨਹੀਂ ਆਇਆ। ਮੈਂ ਕਿਹਾ ਤੁਹਾਡੀ ਡਾਈਟ ਦੇ ਵਿੱਚ ਯੂ ਨੋ ਮੈਨੂੰ ਕੰਪਲੈਕਸ ਹੋਣਾ ਸ਼ੁਰੂ ਹੋ ਗਿਆ। 2013 'ਚ ਅਸੀਂ ਕੰਮ ਕੀਤਾ ਸੀਗਾ, ਹੁਣ 2020 ਦੇ ਵਿੱਚ ਵੀ ਤੁਸੀਂ ਸੇਮ ਦਿਖ ਰਹੇ ਹੋ। ਮੈਨੂੰ ਕਹਿੰਦੇ ਨਜ਼ਰ ਨਾ ਲਾਈ ਮੈਨੂੰ ਤੂੰ। ਸੋ ਹੀ ਵਾਸ ਜਸਟ ਸਾਡੇ ਜਿਹੜੇ ਗਾਣੇ ਦੇ ਵਿੱਚ ਬਹੁਤ ਵਧੀਆ ਲੁੱਕ ਆਈ। ਵਾਸ ਸੇਇੰਗ ਕਿ ਆਪਾਂ ਫਿਲਮ ਕਰਦੇ ਹਾਂ ਇਕੱਠੇ। ਮੈਂ ਕਿਹਾ ਹਾਂਜੀ। ਚਲੋ ਉਮੀਦ ਕਰਦੇ ਕਿ ਜਦੋਂ ਪ੍ਰੋਪਰ ਵੇ ਨਾਲ ਹੀ ਕੰਮ ਕਰਨਾ ਹੋਣਾ ਸ਼ੁਰੂ ਹੋ ਜਾਵੇ, ਰਾਈਟ, ਕਿਉਂਕਿ ਫਿਲਮ ਦੇ ਸੈੱਟ ਤੇ ਬਹੁਤ ਸਾਰੇ ਲੋਕੀ ਹੁੰਦੇ ਆ ਬਟ ਉਨੇ ਹਜੇ ਲੋਕੀ ਅਲਾਉਡ ਨਹੀਂ ਹੈ। ਸੋ ਅਸੀਂ ਤਾਂ ਇਹੀ ਚਾਹਾਂਗੇ ਕਿ ਜਿਹੜੇ ਹਾਲਾਤ ਹੈ ਜਲਦੀ ਜਲਦੀ ਠੀਕ ਹੋਣ, ਔਰ ਤੁਹਾਡੇ ਜਿਹੜੇ ਹੋਰ ਪ੍ਰੋਜੈਕਟਸ ਹੈ ਗਾਣੇ ਤੋਂ ਇਲਾਵਾ ਉਹ ਜਲਦੀ ਆਉਣ। ਸੋ ਮਤਲਬ ਹੋਰ ਸੌਂਗਸ ਕਿਹੜੇ ਲਾਈਨਡ ਅਪ ਹੈ, ਜਾਂ ਫਿਰ ਕੀ ਹੈ ਚੀਜ਼ਾਂ ਅੱਗੇ ਤੁਹਾਡੀ ਪਲਾਨ ਦੇ ਵਿੱਚ? ਮੈਂ ਨਾ 2 ਫਿਲਮਾਂ ਸਾਈਨ ਕੀਤੀਆਂ ਸੀਗੀਆਂ ਹਿੰਦੀ। ਇੱਕ ਹਿਮੇਸ਼ ਦੀ ਜਿਹੜੀ ਆਈ ਸੀਗੀ ਹੈਪੀ ਹਾਰਡੀ ਐਂਡ ਹੀਰ ਹਿਮੇਸ਼ ਜੀ ਦੀ, ਉਹਨਾਂ ਦੇ ਨਾਲ ਮੇਰੇ 2 ਫਿਲਮਾਂ ਦਾ ਕੰਟਰੈਕਟ ਸੀਗਾ। ਇੱਕ ਹੋਰ ਫਿਲਮ ਆ ਜੀ, ਉਹ ਕੋਵਿਡ ਕਰਕੇ ਹੁਣ ਜਦੋਂ ਵੀ ਬਾਅਦ ਦੇ ਵਿੱਚ ਕਰਨਗੇ, ਹੈ ਨਾ। ਔਰ ਇੱਕ ਫਿਲਮ ਹੈ ਮਿਸਟਰ ਸੈਲੇ ਸਿੰਘ ਦੇ ਨਾਲ ਸਾਈਨ ਕੀਤੀ ਸੀਗੀ, ਮੈਂ ਤੈਨੂੰ ਫਿਰ ਮਿਲਾਂਗੀ टाइटल है, वो करूँगी, उसकी शूटिंग करूँगी। 2 फिल्में हिंदी हैं मेरे पास फ़िलहाल, और 2-3 म्यूज़िक वीडियोस हिंदी की थी, वो भी रिलीज़ होंगी। और एक मेहताब के साथ रिसेंटली एक गाना एक और किया था, वो भी रिलीज़ होगा। सो यही चल रही हैं ज़्यादा मेरी एक्टिविटीज़। जैसे आप मेरी इंटरव्यू ले रहे हो, ऐसे जी के साथ आजकल एक्टिविटीज़ कर रही हूँ, यू नो, दैट इज़ लाइक नाइस। ਸੋ ਬਹੁਤ ਅੱਛੀ ਅੱਛੀ ਚੀਜ਼ਾਂ ਹੋ ਰਹੀਆਂ ਹੈ ਨਾ। ਕੋਵਿਡ ਜਿੱਥੇ ਮੈਨੂੰ ਲੱਗਦਾ ਕਿ ਨੈਗੇਟਿਵ ਵੀ ਕੀਤਾ, ਉੱਥੇ ਪੋਜ਼ਿਟਿਵ ਵੀ ਲੋਕਾਂ ਦੀ ਲਾਈਫ ਦੇ ਵਿੱਚ ਬਹੁਤ ਚੇਂਜ ਲਾਇਆ ਹੈ ਨਾ। ਹੁਣ ਜਿਵੇਂ ਕਿ ਸੋਨੀਆ ਨੂੰ ਟਾਈਮ ਮਿਲ ਗਿਆ, ਇੰਨਾ ਟਾਈਮ ਲਗਭਗ 4 ਮਹੀਨੇ ਆਪਣੀ ਫੈਮਿਲੀ ਨਾਲ ਕੱਟ ਰਹੇ, ਸਪੈਂਡ ਕਰ ਰਹੇ ਆ। ਸੋ ਇੱਕ ਵਧੀਆ ਚੀਜ਼ ਹੀ ਹੋਈ ਹੈ, ਰਾਈਟ। ਆਈ ਥਿੰਕ ਕੁਦਰਤ ਜੋ ਵੀ ਕਰਦੀ ਹੈ ਨਾ, ਉਹ ਸਾਡੇ ਚੰਗੇ ਵਾਸਤੇ ਕਰਦੀ ਆ। ਆਪਾਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਕਿੱਥੇ ਸਾਡੇ ਕੋਲ ਟਾਈਮ ਸੀਗਾ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨ ਦਾ, ਹੁਣ ਆਪਾਂ ਜ਼ਿਆਦਾਤਰ ਆਪਣੀ ਫੈਮਿਲੀ ਨਾਲ ਬਹਿ ਸਕਦੇ ਹਾਂ। ਔਰ ਬਹੁਤ ਸਾਰੀਆਂ ਚੀਜ਼ਾਂ, ਦੇਖੋ ਪੋਲਿਊਸ਼ਨ ਕਿੰਨਾ ਘੱਟ ਗਿਆ, ਬਹੁਤ ਸਾਰੀਆਂ ਚੀਜ਼ਾਂ, ਲੋਕਾਂ ਦਾ ਦਿਮਾਗ ਥੱਲੇ ਵੀ ਪਰਮਾਤਮਾ ਲੈ ਕੇ ਆਉਂਦਾ ਆ, ਹੈ ਨਾ, ਵੀ ਬਹੁਤ ਸਾਰੇ ਚੇਂਜਸ ਉਵੇਂ ਵੀ ਆਉਂਦੇ ਆ। ਮੈਨੂੰ ਇਹ ਲੱਗਦਾ ਵੀ ਇਹਨੂੰ ਵੀ ਆਪਾਂ ਨੂੰ ਪੋਜ਼ਿਟਿਵ ਲੈ ਕੇ ਚੱਲਣਾ ਚਾਹੀਦਾ। ਅੱਛਾ, ਲੋਕਡਾਊਨ ਦੇ ਦੌਰਾਨ ਹੀ ਮੈਨੂੰ ਥੋੜਾ ਜਿਹਾ ਅਨਲੌਕ 1 ਹੋਇਆ ਸੀ, ਸ਼ਾਇਦ ਮਨਕੇਰ ਥੋਨੀ ਆਏ ਸੀਗੇ ਤੁਹਾਡੇ ਕੋਲ, ਐਂਡ ਮਜ਼ਾਕ ਕਰ ਰਹੇ ਸੀ ਕਿ ਸੋਨੀਆ ਤੂੰ ਵੇਟ ਪੁੱਟ ਔਨ ਕਰ ਲਿਆ। ਵਾਕਈ ਸੋਨੀਆ ਨੇ ਵੇਟ ਪੁੱਟ ਔਨ ਕਰ ਲਿਆ? ਮੈਨੂੰ ਤਾਂ ਲੱਗਦਾ ਨਹੀਂ ਕਿ ਕੀਤਾ ਸੀਗਾ ਐਕਚੁਅਲੀ। ਹਾਂ, ਉਹਨੂੰ ਲੱਗਦਾ ਕਿ ਲਾਈਕ ਮੈਂ, ਮਤਲਬ ਹੁੰਦਾ ਨਾ ਵੀ ਪਿੰਡ 'ਚ ਰਹਿ ਕੇ ਤੁਸੀਂ ਮੱਖਣ ਪਰਾਂਠੇ ਖਾਂਦੇ ਹੋ, ਅਤੇ ਉਹਨੂੰ ਉਵੇਂ ਵੀ ਆਦਤ ਆ ਮੈਨੂੰ ਟੀਜ਼ ਕਰਨ ਦੀ ਕਿ ਮੋਟੀ ਮੋਟੀ ਮੋਟੀ। ਸੋ ਉਹਨੂੰ ਪਤਾ ਵੀ ਆਈ ਐਮ ਵੈਰੀ ਡਾਈਟ ਕੌਨਸ਼ੀਅਸ ਐਂਡ ਆਈ ਐਮ ਵੈਰੀ ਪਰਟੀਕੂਲਰ ਅਬਾਊਟ ਮਾਈ ਫੇਸ, ਕਿ ਆ ਕਿਵੇਂ ਲੱਗ ਰਿਹਾ, ਮੋਟਾ ਤਾਂ ਨਹੀਂ ਲੱਗ ਰਿਹਾ। ਸੋ ਉਹ ਮੈਨੂੰ ਆਲਵੇਜ਼ ਮੇਰੀ ਲੈਗ ਪੁਲਿੰਗ ਕਰਦਾ ਰਹਿੰਦਾ, ਮੋਟੀਏ ਜੀ, ਇਹ ਖਾ, ਤੂੰ ਪਰਾਂਠੇ ਖਾ ਲਏ, ਤੂੰ ਵੇਟ ਪੁੱਟ ਔਨ ਕਰ ਲਿਆ। ਹੀ ਆਲਵੇਜ਼ ਟੀਜ਼ ਮੀ, ਬਟ ਮੈਂ ਕੀਤਾ ਤਾਂ ਨਹੀਂ, ਬਟ ਹਾਂ ਵਿੱਚ ਥੋੜ੍ਹਾ ਜਿਹਾ ਹੋ ਗਿਆ ਸੀਗਾ। ਵਧੀਆ ਫੀਲਿੰਗ ਆਉਂਦੀ ਐਕਚੁਅਲੀ ਬਹੁਤ, ਬਿਕਾਜ਼ ਇਹ ਸਾਰਿਆਂ ਦਾ ਪਿਆਰ ਆ, ਹੈ ਨਾ ਵੀ। ਔਰ ਮੈਂ ਕਹਿੰਦੀ ਹਾਂ ਮੇਰੇ ਮੁਰਸ਼ਦ ਸਾਈਂ ਜੀ ਦਾ ਵੀ ਪਿਆਰ ਆ, ਬਿਕਾਜ਼ ਸਾਈਂ ਜੀ ਦੀ ਫੇਵਰੇਟ ਸੀਗੀ ਹੀਰ ਰਾਂਝਾ। ਸੋ ਇੱਕ ਹੀਰ ਦਾ ਪਾਕ ਨਾਮ ਮਿਲਣਾ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਆ, ਮਤਲਬ, ਹੈ ਨਾ ਵੀ ਜੇ ਹਰ ਕੋਈ ਤੁਹਾਨੂੰ ਹੀਰ 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 ਕਹਿ ਰਿਹਾ। ਐਂਡ ਦੂਜੀ ਗੱਲ, ਮੇਰੇ ਵਾਸਤੇ ਨਾ ਇਹ 'ਚ ਬਹੁਤ ਹੀ ਜ਼ਿਆਦਾ ਮਤਲਬ ਲੱਕੀ ਰਿਹਾ ਆ। ਮੇਰਾ ਸਕੂਲ ਵੀ ਹੋਲੀ ਹਾਰਟ ਤੋਂ ਹੀ ਸੀਗਾ।
ਮੇਰੀ ਪਹਿਲੀ ਫਿਲਮ ਹਾਣੀ ਐਚ ਤੋਂ ਸੀਗੀ, ਹਰਭਜਨ ਮਾਨ ਵੀ ਐਚ ਤੋਂ ਸੀਗੇ, ਔਰ ਉਸ ਤੋਂ ਬਾਅਦ ਹੁਸਨ ਦੀ ਕਲੀ ਗਾਣਾ ਜਿਹੜੀ ਪਹਿਲੀ ਜ਼ਿੰਦਗੀ ਦੀ ਮਿਊਜ਼ਿਕ ਵੀਡੀਓ ਐਚ ਤੋਂ ਹੀ ਸੀਗੀ, ਐਚ ਦੇ ਨਾਲ ਹੀ ਸੀਗੀ। ਐਂਡ ਦੈਨ ਮੇਰੀ ਫਰਸਟ ਮਰਾਠੀ ਫਿਲਮ ਵਿਦ ਰਿਤਿਕ ਰੋਸ਼ਨ, ਐਚ ਤੋਂ ਰੁਦਿਆਂਤਰ, ਐਚ ਤੋਂ ਰਿਤਿਕ ਰੋਸ਼ਨ, ਦੈਨ ਹੈਪੀ ਹਾਰਡੀ ਹੀਰ, ਐਚ ਤੋਂ ਹੀ ਹਮੇਸ਼ਾ ਸ਼ਮੀਆ, ਐਚ ਤੋਂ ਹੀ ਹੈਪੀ ਹਾਰਡੀ ਹੀਰ। ਸੋ ਹੀਰ ਇਜ਼ ਆਲਸੋ ਫਰੋਮ ਐਚ, ਸੋ ਐਚ ਦਾ ਵੱਡਾ ਰੋਲ ਹੈ ਇੱਕ ਲਾਈਫ ਦੇ ਵਿੱਚ। ਜੀ, ਐਚ ਦਾ ਵੱਡਾ ਰੋਲ ਹੈ। ਸੋਨੀਆ, ਥੈਂਕ ਯੂ ਸੋ ਮਚ, ਤੁਸੀਂ ਆਪਣਾ ਟਾਈਮ ਦਿੱਤਾ। ਐਂਡ ਆਈ ਵਿਸ਼ ਕਿ ਜਿੰਨੇ ਵੀ ਤੁਹਾਡੇ ਅੱਗੇ ਪ੍ਰੋਜੈਕਟਸ ਆਣੇ, ਜਿੰਨੇ ਵੀ ਤੁਸੀਂ ਕੰਮ ਕਰਨੇ, ਚਾਹੇ ਸੋਸ਼ਲ ਵਰਕ ਤੁਸੀਂ ਕਰਦੇ ਹੋ ਹੈ ਨਾ, ਜਿੰਨਾ ਤੁਸੀਂ ਲੋਕਾਂ ਨੂੰ ਇਸ ਕੋਵਿਡ ਦੇ ਵਿੱਚ ਹੈਲਪ ਕੀਤਾ ਹੈ ਜਾਂ ਫਿਰ ਉੱਦਾਂ ਕਰਦੇ ਰਹਿੰਦੇ ਹੋ, ਤੁਸੀਂ ਇਸੇ ਤਰ੍ਹਾਂ ਲੋਕਾਂ ਨੂੰ ਹਮੇਸ਼ਾ ਹੈਲਪ ਕਰਦੇ ਰਹੋ। ਇੱਕ ਹੋਰ ਗੱਲ, ਅਸੀਂ ਕੀ ਸੋਨੀਆ ਦਾ ਵੀ ਪਲਾਨ ਹੈ ਕੁਝ ਅੱਗੇ ਪੋਲਿਟਿਕਸ ਵਿੱਚ ਜਾਣ ਦਾ, ਇੱਦਾਂ ਦਾ ਕੋਈ ਹੈ ਚੀਜ਼? ਆਈ ਬਿਲੀਵ ਪੋਲਿਟਿਕਸ ਦੇ ਵਿੱਚ ਜੇ ਤੁਹਾਡੇ ਕੋਲ ਪਾਵਰ ਆ ਤੇ ਤਦ ਹੀ ਤੁਸੀਂ ਲੋਕਾਂ ਦੇ ਕੰਮ ਕਰਾ ਸਕਦੇ ਹੋ। ਔਰ ਆਫ ਕੋਰਸ ਜੇ ਮੈਨੂੰ ਵਧੀਆ ਕੋਈ ਹੈ ਨਾ ਅਪਰੋਚ ਆਉਂਦੀ ਹੈ ਔਰ ਵਧੀਆ ਕੁਛ ਆਉਂਦਾ ਹੈ ਤੇ ਓਬਵੀਅਸਲੀ ਮੈਂ ਜਾਊਂਗੀ। ਕੁਝ ਸੋਚਦੇ ਹੋ ਕਿ ਕਿਸ ਪਾਰਟੀ ਨਾਲ ਮੈਂ ਜੁਆਇਨ ਕਰਨਾ ਚਾਹੁੰਦੀ ਹਾਂ? ਨਹੀਂ, ਮੈਂ ਇਹ ਨਹੀਂ ਸੋਚਦੀ ਕਿਸ ਪਾਰਟੀ ਨਾਲ ਜੁਆਇਨ ਕਰਨਾ ਚਾਹੁੰਦੀ ਹਾਂ। ਮੈਨੂੰ ਇਹ ਲੱਗਦਾ ਵੀ ਮੈਨੂੰ ਜੇ ਜਿਤਾਊਗੀ ਕੋਈ ਚੀਜ਼, ਉਹ ਮੇਰੀ ਖੁਦ ਦੀ ਕ੍ਰੈਡੀਬਿਲਿਟੀ ਜਿਤਾਊਗੀ ਕਿ ਮੈਂ ਲੋਕਾਂ ਵਾਸਤੇ ਕੀ ਕਰ ਸਕਦੀ ਹਾਂ ਔਰ ਮੈਂ ਲੋਕਾਂ ਲਈ ਕੰਮ ਕਰ ਰਹੀ ਹਾਂ ਨਹੀਂ ਕਰ ਰਹੀ। ਉਹ ਲੋਕਾਂ ਦਾ ਵਿਸ਼ਵਾਸ ਆ ਮੇਰੇ ਉੱਤੇ। ਜੇ ਅੱਜ ਮੇਰੇ ਡੈਡ ਦੇ ਇੱਥੇ ਗੇਟ ਬਣਿਆ ਆ, ਉਹ ਲੋਕਾਂ ਦੀ ਰਿਸਪੈਕਟ ਆ। ਉਹਨਾਂ ਨੂੰ ਪਤਾ ਅਸੀਂ ਜ਼ਿੰਦਗੀ 'ਚ ਕਦੀ ਕਿਸੇ ਦਾ ਪੈਸਾ ਨਹੀਂ ਖਾਧਾ, ਅਸੀਂ ਕਦੀ ਜ਼ਿੰਦਗੀ 'ਚ ਕਰਪਸ਼ਨ ਨਹੀਂ ਕੀਤੀ। ਅੱਜ ਵੀ 30 ਸਾਲਾਂ ਬਾਅਦ ਵੀ ਮੇਰੇ ਡੈਡ ਦੀ ਬਰਸੀ ਮਨਾਉਂਦੇ ਆ ਹਰ ਸਾਲ। ਇਟ ਮੀਨਸ ਉਹ ਕ੍ਰੈਡੀਬਿਲਿਟੀ, ਉਹ ਰਿਸਪੈਕਟ ਆ, ਉਹਨਾਂ ਨੇ ਉਹ ਗੇਨ ਕੀਤੀ ਆ। ਸੋ ਉਹਨਾਂ ਨੂੰ ਪਤਾ ਆ ਵੀ ਮੈਂ ਕਿਸ ਬੈਕਗਰਾਊਂਡ ਤੋਂ, ਔਰ ਮੈਂ ਆਪਣੇ ਡੈਡ ਵਰਗੀ ਹਾਂ। ਇੱਥੇ ਸਾਡੇ ਪਿੰਡ 'ਚ ਬਹੁਤ ਰਿਸਪੈਕਟ ਕਰਦੇ ਆ ਸਾਰੇ ਜਾਣੇ। ਔਰ ਜੇ ਮੈਂ ਕੱਲ੍ਹ ਨੂੰ ਇਲੈਕਸ਼ਨ ਲੜਦੀ ਹਾਂ ਔਰ ਫੋਰ ਸ਼ੋਰ ਉਹ ਤਾਂ ਮੈਨੂੰ ਪਤਾ ਹੈ ਵੀ ਮੈਂ ਜਿੱਤੂੰਗੀ। ਉਹ ਮੈਟਰ ਨਹੀਂ ਕਰਦਾ ਵੀ ਮੈਂ ਕਿਸ ਪਾਰਟੀ 'ਚ ਹਾਂ, ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂ ਕਦੀ ਕਿਸੇ ਦੇ ਨਾਲ ਗਲਤ ਨਹੀਂ ਕਰ ਸਕਦੀ। ਸੋ ਇਹੀ ਉਮੀਦ ਕਰਦੇ ਹਾਂ ਕਿ ਜੋ ਵੀ ਤੁਸੀਂ ਅੱਗੇ ਕਰੋਗੇ, ਜੋ ਵੀ ਚਾਹੇ ਤੁਸੀਂ ਫਿਲਮ ਇੰਡਸਟਰੀ ਵਿੱਚ ਕਰੋ, ਚਾਹੇ ਮਿਊਜ਼ਿਕ ਇੰਡਸਟਰੀ ਵਿੱਚ ਕਰੋ, ਜਾਂ ਫਿਰ ਤੁਸੀਂ ਇਸ ਰਾਜਨੀਤੀ ਵਿੱਚ ਕਰੋ, ਉਮੀਦ ਇਹੀ ਕਰਦੇ ਹਾਂ ਹਮੇਸ਼ਾ ਵਧੀਆ ਕਰੋ। ਸੋ ਸੋਨੀਆ, ਜਾਂਦੇ ਜਾਂਦੇ ਸਾਡੇ ਵਿਊਅਰਸ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਵਿਊਅਰਸ ਨੂੰ ਕਿ ਸਭ ਤੋਂ ਇੰਪੋਰਟੈਂਟ ਚੀਜ਼ ਕਿ ਜਿਹੜੇ ਤੁਸੀਂ ਕਮੈਂਟਸ ਕਰਦੇ ਹੋ YouTube ਦੇ ਥੱਲੇ ਔਰ ਜਿਵੇਂ ਕਿਸੇ ਸੋਸ਼ਲ ਹੈਂਡਲ ਦੇ ਉੱਤੇ ਕਰਦੇ ਹੋ, ਮੇਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਸਾਰਿਆਂ ਦੀ ਇੱਜ਼ਤ ਕਰੋ, ਸਾਰਿਆਂ ਦੀ ਰਿਸਪੈਕਟ ਕਰੋ, ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਭੈਣਾਂ ਨੇ, ਮਾਂ ਆ। ਸੋ ਆਪਾਂ ਨੂੰ ਸਾਰਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਇੱਜ਼ਤ ਕਰਨੀ ਚਾਹੀਦੀ ਆ, ਔਰ ਕਿਸੇ ਨੂੰ ਵੀ ਪੁਆਇੰਟ ਆਊਟ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੱਲ ਕਰਕੇ। ਔਰ ਜਿਹੇ ਜਿਹੀਆਂ ਇਹ ਗੱਲਾਂ ਕੀਤੀਆਂ ਗਈਆਂ ਨੇ ਮੈਂਡੀ ਜੀ ਦੇ ਨਾਲ, ਇਹੋ ਜਿਹੀਆਂ ਵਾਰਦਾਤਾਂ ਸਾਡੀਆਂ ਹੋਰ ਕੁੜੀਆਂ ਦੇ ਨਾਲ ਨਾ ਹੋਣ। ਸਾਨੂੰ ਇਸ ਚੀਜ਼ ਦੇ ਉੱਤੇ ਇੱਕ ਠੋਸ ਕਦਮ ਚੁੱਕਣਾ ਪਊਗਾ। ਔਰ ਸਾਰੇ ਵਿਊਅਰਸ ਨੂੰ ਬੇਨਤੀ ਆ ਕਿ ਜੇ ਕੋਈ ਸਾਰਿਆਂ ਦੀ ਆਪੋ ਆਪਣੇ ਲਿੰਕਸ ਹੁੰਦੇ ਆ, ਜੇ ਕਿਸੇ ਦੇ ਸਾਈਬਰ ਕ੍ਰਾਈਮ ਦੇ ਵਿੱਚ ਹੈਗੇ ਨੇ ਜਾਂ ਕਿਸੇ ਦੇ ਵੀ ਇੱਕ ਵੀਡੀਓ ਕਿੱਥੋਂ ਪਈ ਆ, ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ, ਤਾਂ ਕਿ ਅੱਗੇ ਤੋਂ ਕਿਸੇ ਦੀ ਵੀ ਹਿੰਮਤ ਨਾ ਹੋਵੇ ਉਹ ਕਿਸੇ ਵੀ ਆਰਟਿਸਟ ਦੀ, ਕਿਸੇ ਵੀ ਭੈਣ ਦੀ ਇੱਜ਼ਤ ਦੇ ਉੱਤੇ ਇਸ ਤਰੀਕੇ ਦੇ ਨਾਲ ਉਂਗਲ ਚੁੱਕ ਸਕੇ ਔਰ ਉਹਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕੇ। ਦੈਟਸ ਇਟ। ਥੈਂਕ ਯੂ ਸੋ ਮਚ ਸੋਨੀਆ। ਸੋ ਇਹ ਸਨ ਸਾਡੇ ਨਾਲ ਸੋਨੀਆ ਮਾਨ ਜੀ। ਅਗਲੀ ਵਾਰ ਤੁਹਾਨੂੰ ਕਿਸੇ ਹੋਰ ਆਰਟਿਸਟ ਦੇ ਨਾਲ ਮੁਖਾਤਿਬ ਕਰਾਵਾਂਗੇ, ਪਰ ਉਦੋਂ ਤੱਕ ਤੁਸੀਂ ਦੇਸ਼ ਦੁਨੀਆ ਦੀ ਹਰ ਤਾਜ਼ਾ ਖਬਰ ਦੇ ਲਈ ਜਗਬਾਣੀ ਦੇ ਨਾਲ ਜੁੜੇ ਰਹੋ ਔਰ ਐਂਟਰਟੇਨਮੈਂਟ ਦੀ ਦੁਨੀਆ ਦੀ ਹਰ ਇੱਕ ਖਬਰ ਦੇ ਲਈ ਜੁੜੇ ਰਹੋ ਬਾਲੀਵੁੱਡ ਤੜਕਾ ਪੰਜਾਬੀ ਦੇ ਨਾਲ। ਸਤਿ ਸ਼੍ਰੀ ਅਕਾਲ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।